ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਮੁੱਦੇ ਦੇ ਉੱਪਰ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰ ਲੱਗਾ ਹਾਂ, ਦਰਅਸਲ ਉਸ ਮੁੱਦੇ ਦਾ ਜੇਕਰ ਅਸੀਂ ਪਿਛੋਕੜ ਵੇਖਣਾ ਤਾਂ ਕਾਫੀ ਪੁਰਾਣਾ ਹੈ, ਦੋਹਾਂ ਰੂਪਾਂ ਦੇ ਵਿੱਚ, ਕਿ ਉਹਦੀ ਅਸਲੀਅਤ ਕੀ ਹੈ ਤੇ ਉਸ ਨੂੰ ਵਿਗਾੜਿਆ ਕਿਉਂ ਗਿਆ ਤੇ ਕਿਵੇਂ ਵਿਗਾੜਿਆ ਗਿਆ। ਖੈਰ, ਉਹ ਇੱਕ ਵੱਖਰਾ ਵਿਸ਼ਾ ਹੈ, ਨਾਲ ਨਾਲ ਚੱਲਦੇ ਪ੍ਰਕਰਨ ਦੇ ਵਿੱਚ ਉਸ ਨੂੰ ਸਾਂਝਾ ਜ਼ਰੂਰ ਕਰਦੇ ਰਵਾਂਗੇ। ਪਰ ਫਿਲਹਾਲ ਜਿਹੜਾ ਮੌਜੂਦਾ ਵਰਤਮਾਨ ਸਮੇਂ ਦੇ ਵਿੱਚ ਮੁੱਦਾ ਭਖਿਆ ਹੋਇਆ ਹੈ, ਉਹ ਹੈ ਕਿ ਆਮ ਆਦਮੀ ਪਾਰਟੀ ਦੇ ਇੱਕ MLA ਤੇ ਮਿਨਿਸਟਰ ਦੇ ਵੱਲੋਂ ਐਰਾ ਗੈਰਾ ਨੱਥੂ ਖੈਰਾ ਸ਼ਬਦ ਦੀ ਵਰਤੋਂ ਕਰਦਿਆਂ ਬੇਸ਼ੱਕ ਆਪਣੇ ਵਿਰੋਧੀ ਸਿਆਸੀ ਧਿਰ ਦੇ ਆਗੂ ਦੇ ਉੱਪਰ ਕਿਸੇ ਤਰ੍ਹਾਂ ਦੇ ਨਾਲ ਕਹਿ ਸਕਦੇ ਹੋ ਕਿ ਕਟਾਕਸ਼ ਕੀਤਾ ਗਿਆ, ਪਰ ਅਸਲੀਅਤ ਇਹ ਸੀ ਕਿ ਇਹਦੇ ਵਿੱਚ ਸਿੱਖ ਇਤਿਹਾਸ ਦੇ ਉੱਪਰ ਕੋਈ ਬਹੁਤ ਵੱਡਾ ਜਿਹੜਾ ਕਿੰਤੂ ਕੀਤਾ ਗਿਆ। ਹੁਣ ਜਦੋਂ ਅਸੀਂ ਨੱਥੂ ਖਹਿਰਾ ਦੀ ਗੱਲ ਕਰਦੇ ਹਾਂ, ਤਾਂ ਮੇਰੇ ਖਿਆਲ ਦੇ ਨਾਲ ਅੱਜ ਤੋਂ 20 ਸਾਲ ਪਹਿਲਾਂ ਜਦੋਂ ਮੈਂ ਇਸ ਮੁੱਦੇ ਦੇ ਉੱਪਰ ਖੋਜ ਕਰਕੇ ਇਸ ਦੇ ਬਾਰੇ ਲਿਖਿਆ ਸੀ ਜਾਂ ਇੱਕ ਵਿਖਿਆਨ ਕੀਤਾ ਸੀ, ਤਾਂ ਉਸ ਦਾ ਕਾਰਨ ਇਹ ਸੀ ਕਿ ਉਹਨਾਂ ਸਮਿਆਂ ਦੇ ਵਿੱਚ ਦੂਰਦਰਸ਼ਨ ਦੇ ਵਿੱਚ ਇੱਕ ਡਿਟਰਜੈਂਟ ਪਾਊਡਰ ਦੀ ਮਸ਼ਹੂਰੀ ਆਇਆ ਕਰਦੀ ਸੀ, ਜਿਹਦੇ ਵਿੱਚ ਜਿਹੜੇ ਬਾਕੀ ਕੱਪੜੇ ਧੋਣ ਵਾਲੇ ਡਿਟਰਜੈਂਟ ਪਾਊਡਰ ਹੁੰਦੇ ਸੀ ਉਹਨਾਂ ਦੇ ਬਾਰੇ ਕਿਹਾ ਜਾਂਦਾ ਸੀ ਕਿ ਬਾਕੀ ਤਾਂ ਐਰੇ ਗੈਰੇ ਨੱਥੂ ਖੈਰੇ ਨੇ। ਉਸ ਤੋਂ ਬਾਅਦ ਅਖਬਾਰਾਂ ਦੇ ਵਿੱਚ ਇੱਕ ਪਾਨ ਮਸਾਲੇ ਦੀ ਮਸ਼ਹੂਰੀ ਆਉਣੀ ਸ਼ੁਰੂ ਹੋਈ, ਤਾਂ ਵੀ ਉਹਦੇ ਵਾਸਤੇ ਐਰਾ ਗੈਰਾ ਨੱਥੂ ਖੈਰਾ ਸ਼ਬਦ ਜਿਹੜਾ ਸੀ ਉਹ ਵਰਤਿਆ ਗਿਆ। ਔਰ ਜਿਹੜੀ ਸਭ ਤੋਂ ਕਹਿ ਸਕਦੇ ਆ ਕਿ ਚਿੰਤਨ ਕਰਨ ਦਾ ਵਿਸ਼ਾ ਸੀ ਕਿ ਇਹ ਜਿਹੜੇ ਸ਼ਬਦ ਵਰਤੇ ਜਾ ਰਹੇ ਸੀ, ਇਹ ਬੜੇ ਵੱਡੇ ਸੈਲੀਬ੍ਰਿਟੀ ਜਿਹੜੇ ਨੇ ਉਹਨਾਂ ਦੇ ਵੱਲੋਂ ਐਡਵਰਟਾਈਜ਼ਮੈਂਟ ਦੇ ਦੌਰਾਨ ਜਿਹੜੇ ਇਹ ਸ਼ਬਦ ਵਰਤੇ ਜਾ ਰਹੇ ਸੀ। ਖੈਰ, ਨੱਥਾ ਖੈਰਾ, ਜਦੋਂ ਇਹ ਦੋਵੇਂ ਸ਼ਬਦ ਤੁਹਾਡੇ ਮਨ ਦੇ ਵਿੱਚ ਆਉਂਦੇ ਹੋ ਤਾਂ ਪੰਜਾਬ ਦੇ ਵਿੱਚ ਇੱਕ ਤਾਂ ਜੱਟਾਂ ਦੀ ਗੋਤ ਆ, ਤੇ ਇੱਕ ਪੰਜਾਬ ਦੇ ਵਿੱਚ ਨੱਥਾ ਸਿੰਘ ਜਾਂ ਨੱਥਾ ਚੌਧਰੀ ਜਾਂ ਚੌਧਰੀ ਨੱਥਾ ਜਾਂ ਪੰਚ ਨੱਥਾ, ਇਹ ਬੜੇ ਜਿਹੜੇ ਮਸ਼ਹੂਰ ਨਾਮ ਨੇ। ਸੋ ਜਦੋਂ ਅੱਜ ਇਸ ਗੱਲ ਨੂੰ ਸਿਆਸੀ ਰੂਪ ਦੇ ਵਿੱਚ ਬੜਾ ਘਟੀਆ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਸਿਆਸਤ ਦੇ ਦਾਇਰਿਆਂ ਦੇ ਵਿੱਚ, ਤਾਂ ਬੇਸ਼ੱਕ ਕਿ ਵਿਰੋਧੀ ਧਿਰ ਦੇ ਜਿਹੜੇ ਉਹਨਾਂ ਦੇ ਲੀਡਰ ਸੀ ਉਹਨਾਂ ਨੇ ਜਵਾਬ ਤਾਂ ਦਿੱਤਾ, ਪਰ ਫਿਰ ਵੀ ਬਹੁਤ ਸਾਰੇ ਵੀਰਾਂ ਦੇ ਸਵਾਲ ਆਏ ਕਿ ਦਰਅਸਲ ਇਹ ਜਿਹੜਾ ਮੀਰਾਂਕੋਟ ਦਾ ਰਹਿਣ ਵਾਲਾ ਨੱਥਾ ਚੌਧਰੀ ਸੀ, ਇਹਦੇ ਨਾਲ ਜਿਹੜੀ ਜੰਗ ਹੋਈ ਜਾਂ ਜਿਸ ਤਰ੍ਹਾਂ ਦੇ ਨਾਲ ਇਸ ਨੇ ਆਪਣੇ ਇੱਕ ਦੋਸਤ ਦੇ ਨਾਲ ਕੀਤਾ ਹੋਇਆ ਪ੍ਰਣ ਨਿਭਾਇਆ ਤੇ ਆਪਣੇ ਪ੍ਰਾਣਾਂ ਦੀ ਬਾਜੀ ਲਾ ਦਿੱਤੀ, ਉਹਨੂੰ ਵਿਸਥਾਰ ਸਹਿਤ ਜਾਣਨਾ ਬਹੁਤ ਜ਼ਰੂਰੀ ਹੈ। ਸੋ ਬਹੁਤ ਸਾਰੇ ਵੀਰਾਂ ਨੇ ਕਿਹਾ ਕਿ ਇਹਦੇ ਵਿੱਚ ਵਿਸਥਾਰ ਦੀ ਲੋੜ ਹੈ, ਤੇ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਸਭ ਤੋਂ ਵੱਧ ਜਿਹੜੀ ਵਿਸਥਾਰ ਹੈ ਉਹ ਜਿਹੜੇ ਸਰਦਾਰ ਰਤਨ ਸਿੰਘ ਭੰਗੂ ਨੇ ਉਹਨਾਂ ਦੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਹੈ, ਕਿਉਂਕਿ ਜਿਹੜੀ ਸਾਰੀ ਘਟਨਾਕ੍ਰਮ ਵਾਪਰਿਆ ਉਹ ਉਹਨਾਂ ਦੇ ਪਿਤਾ ਸਰਦਾਰ ਰਾਏ ਸਿੰਘ ਦੇ ਨਾਲ ਵਾਪਰਿਆ, ਤੇ ਸਰਦਾਰ ਰਾਏ ਸਿੰਘ ਨੇ ਜੋ ਆਪਣੇ ਪੁੱਤਰ ਨੂੰ ਦੱਸਿਆ, ਮੇਰੇ ਖਿਆਲ ਨਾਲ ਉਹਦੇ ਤੋਂ ਵੱਧ ਪ੍ਰਮਾਣਿਤ ਸਰੋਤ ਸਾਡੇ ਕੋਲ ਕੋਈ ਹੋਰ ਨਹੀਂ ਹੋ ਸਕਦਾ। ਸੋ ਘਟਨਾਕ੍ਰਮ ਉਸ ਵੇਲੇ ਸ਼ੁਰੂ ਹੁੰਦਾ ਹੈ ਜਿਸ ਵੇਲੇ ਜਿਹੜੇ ਸਿੰਘ ਨੇ ਉਹ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਜਾਂਦੇ ਨੇ, ਜਿਹਦੇ ਵਿੱਚ ਪੰਥ ਪ੍ਰਕਾਸ਼ ਦੇ ਲਿਖਾਰੀ ਜਿਹੜੇ ਨੇ ਸਰਦਾਰ ਰਤਨ ਸਿੰਘ ਭੰਗੂ, ਉਹ ਕਹਿੰਦੇ ਨੇ ਮੱਸੇ ਕਾ ਇਮ ਸੀਸ ਉਤਾਰਿਓ ਜਨ ਕਰ ਬੇਲੋਂ ਕੱਦੂਆ ਟਾਰਿਓ, ਕਿ ਜਿਸ ਦੇ ਨਾਲ ਬੀਬੀਆਂ ਵੇਲ ਦੇ ਨਾਲੋਂ ਜਿਸ ਤਰ੍ਹਾਂ ਕੱਦੂ ਜਿਹੜਾ ਉਹ ਲਾਹ ਕੇ ਲੈ ਜਾਂਦੀਆਂ ਨੇ, ਇਸੇ ਤਰ੍ਹਾਂ ਦੇ ਨਾਲ ਜਿਹੜੇ ਸਿੰਘ ਸੀਗੇ ਉਹ ਮੱਸੇ ਦਾ ਸਿਰ ਲੈ ਕੇ ਲੈ ਗਏ। ਤੇ ਜਦੋਂ ਮੱਸੇ ਦਾ ਸਿਰ ਲਾਉਣ ਦੀ ਖਬਰ ਜਿਹੜੀ ਹੈ ਲਾਹੌਰ ਦੇ ਨਵਾਬ ਜ਼ਕਰੀਆ ਖਾਨ ਤੱਕ ਪਹੁੰਚੀ, ਤੇ ਜਬ ਮੱਸੇ ਨੇ ਇਹ ਸੁਣ ਪਾਇਓ, ਮੱਸੇ ਦੇ ਬਾਰੇ ਜਬ ਨਵਾਬ ਨੇ ਜੇ ਸੁਣ ਪਾਇਓ ਸਿੰਘਨ ਮੱਸਾ ਮਾਰ ਗਵਾਇਓ, ਕਿ ਜਦੋਂ ਨਵਾਬ ਨੂੰ ਪਤਾ ਲੱਗਾ ਕਿ ਸਿੰਘਾਂ ਨੇ ਮੱਸਾ ਰੰਗੜ ਜਿਹੜਾ ਉਹਨੂੰ ਮਾਰ ਗਿਰਾਇਆ, ਭਾਵ ਕਿ ਉਹਨੂੰ ਖਤਮ ਕਰ ਦਿੱਤਾ। ਪਰੇ ਗਿਰਜ ਜਿਮ ਸਿੰਘ ਅਸਮਾਨੋ ਆਵਤ ਜਾਵਤ ਕਿੰਨੇ ਨਾ ਜਾਣੋ, ਕਹਿੰਦੇ ਉਹਨਾਂ ਨੇ ਸਿੰਘਾਂ ਨੇ ਹਮਲਾ ਵੀ ਇਸ ਤਰ੍ਹਾਂ ਦੇ ਨਾਲ ਕੀਤਾ ਜਿਵੇਂ ਕਿ ਚੂਹੇ ਦੇ ਉੱਪਰ ਅਸਮਾਨ ਦੇ ਵਿੱਚੋਂ ਇੱਲ ਜਾਂ ਬਾਜ ਜਿਹੜਾ ਆਉਂਦਾ ਹੈ ਤੇ ਉਹਨੂੰ ਚੁੱਕ ਕੇ ਲੈ ਜਾਂਦਾ, ਤੇ ਪਤਾ ਨਹੀਂ ਲੱਗਦਾ ਕਿੱਥੇ ਗਿਆ ਤੇ ਕਿੱਥੇ ਲੈ ਗਿਆ ਤੇ ਕਿਵੇਂ ਚੁੱਕਿਆ। ਉਹਨਾਂ ਨੇ ਮੱਸਾ ਰੰਗੜ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਅਚਨਚੇਤੀ ਅਸਮਾਨੀ ਬਿਜਲੀ ਵਰਗਾ ਹਮਲਾ ਕੀਤਾ। ਕਿਨੇ ਨਾ ਜਾਣੇ ਵੈ ਕਹਿ ਕਰ ਰਵੇਂ, ਇਹੀ ਨਹੀਂ ਪਤਾ ਲੱਗਾ ਕਿ ਉਹ ਕਿੱਥੇ ਕਿੱਥੇ ਰਹਿੰਦੇ ਆਏ, ਕਿਨੇ ਨਾ ਜਾਣਿਓ ਵੇ ਕਹਿ ਗਏ, ਤੇ ਇਹ ਵੀ ਨਹੀਂ ਪਤਾ ਲੱਗਾ ਕਿ ਕਿੱਥੇ ਰਹਿ ਰਹੇ ਸੀ, ਕਿਹੜੇ ਰਸਤੇ ਆਏ ਤੇ ਕਿੱਧਰ ਉਹ ਜਿਹੜਾ ਸੀ ਸਿਰ ਲਾ ਕੇ ਲੈ ਗਏ। ਐਸੀ ਸੁਨ ਨਵਾਬ ਧਰਹਰੀ ਮਛਲੀ ਜਾਲ ਜਲ ਬਿਨ ਭਰ ਤਰਵਰੀ, ਕਹਿੰਦਾ ਕਿ ਉਹ ਇੱਕਦਮ ਉਹਨੂੰ ਇੱਕ ਧੜਕਣੀ ਛਿੜ ਗਈ, ਉਹਦਾ ਅੰਦਰੋਂ ਕੰਬਣਾ ਸ਼ੁਰੂ ਹੋ ਗਿਆ, ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ ਨਾ। ਐਸੀ ਸੁਨ ਨਵਾਬ ਧਰਹਰੀ ਮਛਲੀ ਜਲ ਬਿਨ ਜਿਮ ਤਰਵਰੀ, ਕਹੇ ਮੰਗਾਵੋ ਪਰਜਾ ਸਾਰੀ ਗਏ ਸੁਹਮਰੇ ਲਿਖ ਦਰਬਾਰੀ। ਉਹ ਕਹਿੰਦਾ ਕਿ ਹੁਣ ਸਾਰੇ ਜਿਹੜੇ ਆਪਣੇ ਦਰਬਾਰੀ ਹੈ ਨਾ ਇਕੱਠੇ ਕਰਕੇ ਕਹੇ ਮੰਗਾਵੋ ਪਰਜਾ ਸਾਰੀ, ਉਹਨਾਂ 'ਚ ਖਾਸ ਕਿਹੜੇ ਗਏ ਜੋ ਹਮਰੇ ਲਿਖ ਦਰਬਾਰੀ, ਜਿਹੜੇ ਸਾਡੇ ਮੁੱਖ ਦਰਬਾਰੀ ਨੇ, ਜਿਹੜੇ ਸਾਡੇ ਦਰਬਾਰ ਦੇ ਵਿੱਚ ਖੁਫੀਆ ਤੰਤਰ ਦੇ ਨਾਲ ਭਾਵ ਕਿ ਮੁਖਬਰੀ ਦਾ ਕੰਮ ਕਰਦੇ ਨੇ, ਉਹਨਾਂ ਸਾਰਿਆਂ ਨੂੰ ਜਿਹੜਾ ਉਹ ਸੱਦਿਆ ਜਾਵੇ, ਕਿਉਂਕਿ ਜਾਂ ਤੇ ਕਰ ਹਮ ਤੇ ਖਾਹੇ ਜਗੀਰ
ਅਬ ਉनको ਕਰ ਦਿਓ ਤਕੀਰ। ਉਹ ਸਾਡੇ ਨਾਂ ਦੇ ਉੱਪਰ ਬਥੇਰੀ ਕਮਾਈ ਕਰ ਰਹੇ ਨੇ, ਬਥੇਰਾ ਕੁਝ ਖਾ ਰਹੇ ਨੇ, ਹੁਣ ਉਹਨਾਂ ਸਾਰਿਆਂ ਨੂੰ ਸੱਦਿਆ ਜਾਵੇ। ਤੇ ਉਹ ਫਿਰ ਜਿਹੜੇ ਸੀਗੇ, ਜਿਹੜੇ ਕਹਿ ਸਕਦੇ ਕਿ ਉਸ ਵੇਲੇ 18ਵੀਂ ਸਦੀ ਦੇ ਵਿੱਚ ਜਿਹੜੇ ਹਕੂਮਤ ਦੇ ਮੁਖਬਰ ਸੀ, ਉਹਨਾਂ ਨੂੰ ਸੱਦਿਆ ਗਿਆ, ਜਿਨ੍ਹਾਂ ਦੇ ਵਿੱਚ ਨਿਰੰਜਣੀਆਂ ਹਰਭਗਤ ਬੁਲਾਇਆ, ਜੰਡਿਆਲੇ ਵਾਲਾ ਹਰਭਗਤ ਨਿਰੰਜਣੀਆਂ ਉਹਨੂੰ ਬੁਲਾਇਆ ਗਿਆ, ਤੇ ਸ਼ੀਨਿਆਂ ਵਾਲਾ ਕਰਮਾ, ਸ਼ੀਨਾ ਕਰਮਾ, ਕਰਮਾ ਸ਼ੀਨਾ ਸਾਥੇ ਆਇਆ, ਰਾਮਾ ਰੰਧਾਵਾ ਸੱਦ ਮੰਗਾਇਆ। ਇਹ ਤੋਂ ਬਿਨਾਂ ਰਾਮਾ ਰੰਧਾਵਾ ਉਸ ਵੇਲੇ ਦਾ ਪ੍ਰਮੁੱਖ ਜਿਹੜਾ ਮੁਖਬਰ ਸੀ ਉਹਨੂੰ ਵੀ ਨਾਲ ਸੱਦਿਆ ਗਿਆ। ਜੋਧ ਨਗਰੀਏ ਨੂੰ ਫਰਮਾਇਆ, ਤੇ ਕਿ ਜੋਧਾ ਨਗਰੀ ਦਾ ਮੁਖਬਰ ਸੀ ਉਹਨੂੰ ਵੀ ਜਿਹੜਾ ਸੀਗਾ ਉਹ ਬੁਲਾਇਆ ਗਿਆ। ਤੇ ਇਹਦੇ ਤੋਂ ਇਲਾਵਾ ਬਿਨਾਂ ਬੁਲਾਏ ਮਜੀਠੀਏ ਆਏ, ਸੋ ਇਮ ਸਿੰਘਨ ਬਹੁਤ ਅਕਾਏ। ਤੇ ਇਹਦੇ ਤੋਂ ਬਿਨਾਂ ਕੁਝ ਮੁਖਬਰ ਮਜੀਠੇ ਦੇ ਵੀ ਸੀ, ਜਿਹੜੇ ਬਿਨਾਂ ਬੁਲਾਏ ਹੀ ਆ ਗਏ ਵੀ ਹੁਣ ਸਾਡੀ ਵੀ ਕਿਸੇ ਤਰ੍ਹਾਂ ਇਸ ਦਰਬਾਰ ਦੇ ਵਿੱਚ ਹਾਜ਼ਰੀ ਲੱਗ ਜਾਵੇ ਕਿ ਅਸੀਂ ਵੀ ਪੂਰੀ ਤਰ੍ਹਾਂ ਦੇ ਨਾਲ ਸਰਕਾਰ ਦੇ ਮੁਖਬਰ ਹਾਂ। ਬਿਨ ਬੁਲਾਏ ਮਜੀਠੀਏ ਆਏ, ਸੋ ਇਮ ਸਿੰਘਨ ਬਹੁਤ ਅਕਾਏ। ਕਹਿ ਲੋ ਸਭ ਹੀ ਲੋਕ ਲਿਖਾਈਏ, ਆਪਣੇ ਗਿਰਦੇ 100 ਗਿਣ ਦਈਏ। ਉਸ ਤੋਂ ਬਾਅਦ ਉਹ ਕਹਿੰਦੇ ਕਹੇ ਸਭਨ ਬੁਲਾਏ ਕੇ, ਪੈਦਾ ਉਸੇ ਕਰਿਓ, ਮੱਸਾ ਮਾਰਿਓ ਜਿਨ ਸਿੰਘਨ ਆਨ ਜੋ ਹਮਕੋ ਦਿਓ। ਕਹਿੰਦਾ ਮੈਨੂੰ ਜਿਸ ਤਰ੍ਹਾਂ ਮਰਜ਼ੀ ਉਹ ਬੰਦਾ ਚਾਹੀਦਾ, ਫੜ ਕੇ ਲਿਆਓ ਜਿਸ ਨੇ ਮੱਸਾ ਰੰਗੜ ਦਾ ਸਿਰ ਵੱਢ ਕੇ ਖੜਿਆ। ਉਹਦਾ ਕਾਰਨ ਸੀ ਕਿ ਮੱਸੇ ਰੰਗੜ ਦੇ ਭਰਾ, ਉਹਦੀ ਘਰਵਾਲੀ ਤੇ ਉਹਦੇ ਜਿਹੜੇ ਸਾਲੇ ਸੀ, ਉਹ ਸਾਰੇ ਮੱਸੇ ਰੰਗੜ ਦਾ ਧਾਰ ਲੈ ਕੇ ਲਾਹੌਰ ਬੈਠੇ ਹੋਏ ਸੀ ਕਿ ਜਿੰਨਾ ਚਿਰ ਤੱਕ ਇਹਦਾ ਸਿਰ ਨਹੀਂ ਸਾਨੂੰ ਮਿਲਦਾ ਉਹਨਾਂ ਚਿਰ ਤੱਕ ਅਸੀਂ ਇਸ ਦਾ ਕਫਨ ਤੇ ਦਫਨ ਨਹੀਂ ਕਰਨਾ, ਨਾ ਇਹਦੀ ਨਮਾਜ਼ੇ ਜਨਾਜ਼ਾ ਪੜ੍ਹਨੀ ਹੈ ਤੇ ਨਾ ਇਹਦੀ ਨਮਾਜ਼ੇ ਮਈਅਤ ਪੜ੍ਹਨੀ ਹੈ। ਸੋ ਹੁਣ ਉਸ ਵੇਲੇ ਲਾਹੌਰ ਦਾ ਜਿਹੜਾ ਉਸ ਵੇਲੇ ਦਾ ਨਵਾਬ ਹੈ, ਉਹ ਕਹਿ ਰਿਹਾ ਹੈ ਆਪਣੇ ਮੁਖਬਰਾਂ ਨੂੰ ਕਿ ਮੈਨੂੰ ਜਿੱਥੋਂ ਮਰਜ਼ੀ ਫੜ ਕੇ ਮੱਸੇ ਦੇ ਕਾਤਲ ਜਿਹੜੇ ਨੇ ਉਹ ਚਾਹੀਦੇ ਨੇ, ਜਿਵੇਂ ਮਰਜ਼ੀ ਜਿਹੜੇ ਆ ਉਹ ਫੜ ਕੇ ਲੈ ਕੇ ਆਓ। ਤੇ ਨਾਲ ਉਹਨਾਂ ਨੂੰ ਧਮਕੀ ਵੀ ਦਿੰਦਾ ਹੈ, ਨਹੀਂ ਤੇ ਤੁਮਕੋ ਸਾਥ ਮਿਲਾਹੋ ਤੁਮਰੀ ਵੀ ਹਮ ਜਾਨ ਗਵਾਉ, ਕਿ ਜੇਕਰ ਉਹਦੇ ਕਾਤਲਾਂ ਨੂੰ ਮੇਰੇ ਸਾਹਮਣੇ ਫੜ ਕੇ ਤੁਸੀਂ ਨਾ ਲਿਆਂਦਾ ਤੇ ਮੈਂ ਮਹਿਸੂਸ ਕਰਾਂਗਾ ਕਿ ਤੁਸੀਂ ਵੀ ਹਕੂਮਤ ਦੇ ਬਾਗੀਆਂ ਦਾ ਸਾਥ ਦਿੰਦੇ ਹੋ ਤੇ ਮੈਂ ਤੁਹਾਨੂੰ ਵੀ ਖਤਮ ਕਰ ਦਿਆਂਗਾ। ਸਿੰਘਨ ਕੋ ਜੰਮਾ ਤੁਮ ਕੀਆ, ਤੁਮ ਕਹੋ ਸਿੰਘ ਹਮ ਰਹਿ ਨਾ ਦੀਆ। ਕਹਿੰਦਾ ਮੈਂ ਤੇ ਤੁਹਾਨੂੰ ਸਿੰਘਾਂ ਦਾ ਜੁੰਮਾ ਦਿੱਤਾ ਸੀ ਵੀ ਜਿੰਨੇ ਮਰਜ਼ੀ ਲੁੱਟ ਲਓ, ਜਿੰਨੇ ਮਰਜ਼ੀ ਮਾਰ ਦਿਓ, ਤੇ ਤੁਸੀਂ ਦਰਬਾਰ ਦੇ ਵਿੱਚ ਆ ਕੇ ਟਾਰਾ ਮਾਰਦੇ ਹੁੰਦੇ ਸੀ ਕਿ ਹੁਣ ਅਸੀਂ ਸਾਰੇ ਸਿੰਘ ਖਤਮ ਕਰ ਦਿੱਤੇ ਆ। ਤੇ ਆ ਵੇਖੋ ਤੁਹਾਡੇ ਸਾਹਮਣੇ ਹੀ ਅਗਲੇ ਮੱਸੇ ਰੰਗੜ ਦਾ ਸਿਰ ਲਾ ਕੇ ਲੈ ਗਏ ਨੇ। ਜਹਾਂ ਰਹੇ ਸਿੰਘ ਹਮੇ ਬਤਾਵੋ, ਜਿਸ ਜਗ੍ਹਾ ਕੀ ਮਿੱਟੀ ਪਟਾਵੋ। ਜਹਾਂ ਰਹੇ ਸਿੰਘ ਹਮੇ ਬਤਾਵੋ, ਤਿਸ ਜਗ੍ਹਾ ਕੀ ਮਿੱਟੀ ਪਟਾਵੋ। ਕਹਿੰਦਾ ਜਿੱਥੇ ਵੀ ਸਿੰਘ ਰਹਿੰਦੇ ਨੇ ਨਾ, ਉਹਨਾਂ ਦੇ ਬਾਰੇ ਮੈਨੂੰ ਖਬਰ ਦਿਓ, ਤੇ ਇੱਥੋਂ ਤੱਕ ਕਿ ਜੇਕਰ ਜ਼ਮੀਨ ਦੇ ਵਿੱਚੋਂ ਵੀ ਪੁੱਟ ਕੇ ਕੱਢਣੇ ਪੈਣ ਤੇ ਉਹਨਾਂ ਨੂੰ ਕੱਟ ਲਓ। ਤੇ ਜਾਂ ਇਹਦਾ ਦੂਜਾ ਅਰਥ ਬਣਦਾ ਵੀ ਜਿੱਥੇ ਵੀ ਉਹ ਹੈ ਨੇ ਉਹਨਾਂ ਦੇ ਉੱਪਰ ਹਮਲਾ ਕੀਤਾ ਜਾਵੇ, ਤੇ ਚਾਹੇ ਕਹਿ ਸਕਦੇ ਹੋ ਸਾਰੀ ਤਬਾਹੀ ਕਰ ਦਿੱਤੀ ਜਾਵੇ, ਪਰ ਮੈਨੂੰ ਹਰ ਹਾਲਤ ਦੇ ਵਿੱਚ ਮੱਸਾ ਰੰਗੜ ਦੇ ਜਿਹੜੇ ਕਾਤਲ ਨੇ ਉਹ ਚਾਹੀਦੇ ਨੇ। ਰਹੇ ਸਿੰਘ ਜਾਂ ਨਗਰੀ ਮਾਹੀ, ਕਰੋ ਜਤਨ ਕੁਛ ਢੀਲ ਨਾ ਕਾਹੀ। ਕਿ ਜੇ ਕੋਈ ਨਗਰਾਂ ਦੇ ਵਿੱਚ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਵੀ ਸਿੱਖ ਵਸ ਰਿਹਾ ਹੈ ਨਾ, ਤੇ ਉਹਨੂੰ ਫੜ ਕੇ ਕਿਸੇ ਤਰ੍ਹਾਂ ਦੇ ਨਾਲ ਮੇਰੇ ਸਾਹਮਣੇ ਪੇਸ਼ ਜ਼ਰੂਰ ਕਰੋ, ਹੁਣ ਇਸ ਗੱਲ 'ਚ ਢਿੱਲ ਨਾ ਕਰਿਓ। ਜੋ ਬਤਾਵੈ ਸਿੰਘ ਕੋ ਨਾਮ ਧਾਮ ਉਹ ਗ੍ਰਾਮ, ਜੋ ਦੇਵੇ ਤਿਸੇ ਫੜਾਏ ਪਾਵੇ ਘਨੋਂ ਇਨਾਮ। ਕਿ ਜਿਹੜਾ ਵੀ ਮੁਖਬਰ ਹੁਣ ਸਿੰਘਾਂ ਦੇ ਨਾਮ ਦਾ ਪਤਾ ਦੱਸੂਗਾ, ਉਹਦੀ ਰਿਹਾਇਸ਼ ਦਾ ਪਤਾ ਲੱਗੂਗਾ, ਉਹ ਕਿਹੜੀ ਜਗ੍ਹਾ ਤੇ ਰਹਿੰਦਾ ਹੈ ਉਹਦਾ ਪਤਾ ਦੱਸੂਗਾ, ਤੇ ਜਿਹੜਾ ਵੀ ਇਹਨਾਂ ਮੱਸਾ ਰੰਗੜ ਦੇ ਕਾਤਲਾਂ ਦਾ ਮੈਨੂੰ ਪਤਾ ਦੱਸੇਗਾ ਉਹਨੂੰ ਉਹਦੀ ਮਰਜ਼ੀ ਦੇ ਅਨੁਸਾਰ ਜਿਹੜਾ ਉਹ ਇਨਾਮ ਦਿੱਤਾ ਜਾਵੇਗਾ। ਫਿਰ ਕੀ ਇੱਕਦਮ ਜਿਹੜਾ ਦਰਬਾਰ ਦੇ ਵਿੱਚ ਖਲੋਤਾ ਜੰਡਿਆਲੇ ਵਾਲਾ ਹਰੀਭਗਤ ਨਿਰੰਜਣੀਆ ਸੀ, ਇਹਦੇ ਕੰਨਾਂ ਦੇ ਵਿੱਚ ਥੋੜ੍ਹੀ ਬਹੁਤੀ ਕੰਸੋ ਪੈ ਚੁੱਕੀ ਸੀ ਕਿ ਮਹਿਤਾਬ ਸਿੰਘ ਮੀਰਾਕੋਟ ਤੇ ਸੁੱਖਾ ਸਿੰਘ ਰਾਮਗੜੀਆ ਮਾੜੀ ਕੰਬੋਕੇ ਵਾਲੇ ਜਿਹੜੇ ਨੇ ਉਹ ਮਹਿਤਾਬ ਸਿੰਘ ਦੇ ਨਾਲ ਰਲ ਕੇ ਦੋਵੇਂ ਜਾਣੇ ਜਿਹੜੇ ਨੇ ਉਹ ਮੱਸਾ ਰੰਗੜ ਦਾ ਸਿਰ ਵੱਢ ਕੇ ਲੈ ਕੇ ਗਏ ਨੇ। ਫਿਰ ਹਰ ਨਿਰੰਜਨ ਐਸੇ ਕਹਿਓ, ਮਹਿਤਾਬ ਸਿੰਘ ਇੱਕ ਭੰਗੂ ਪਇਓ, ਮੀਰਾਕੋਟ ਦੱਸਿਓ ਗ੍ਰਾਮ, ਅੰਮ੍ਰਿਤਸਰ ਤੋਂ 3 ਕੋਹ ਠਾਮ, ਮੀਰ ਸਕੰਬਰ। ਵੈਸੇ ਅਸਲ ਜਿਹੜਾ ਸ਼ਬਦ ਹੈ ਮੀਰ ਸਿਕੰਦਰ ਹੈ। ਮੀਰ ਸਕੰਬਰ ਅਲੀ ਜਗੀਰ ਸ਼ਾਹ ਲਈ ਕਰ ਆਪਣੋ ਪੀਰ, ਨਵਾਬ ਸੁ ਸੈਯਦ ਲਈਏ ਬੁਲਾਏ, ਸਾਥੋਂ ਦੀਨੇ ਉਸੇ ਚੜਾਏ। ਸੋ ਜਦੋਂ ਹਰਭਗਤ ਨਿਰੰਜਣੀਏ ਦੇ ਕੋਲੋਂ ਲਾਹੌਰ ਦੇ ਨਵਾਬ ਜ਼ਕਰੀਆ ਖਾਨ ਨੇ ਇਹ ਗੱਲ ਸੁਣੀ ਕਿ ਜਿਹੜਾ ਮਹਿਤਾਬ ਸਿੰਘ ਭੰਗੂ ਹੈ ਤੇ ਮੀਰਾਕੋਟ ਪਿੰਡ ਦਾ ਰਹਿਣ ਵਾਲਾ ਹੈ, ਤੇ ਅੰਮ੍ਰਿਤਸਰ ਤੋਂ 3 ਕੋਹ ਦੂਰ ਇਹ ਪਿੰਡ ਹੈ, ਤੇ ਇਹ ਜਿਹੜਾ ਮੀਰਾਕੋਟ ਹੈ ਇਹ
ਸੈਯਦ ਸਿਕੰਦਰ ਅਲੀ ਜਿਹੜਾ ਹੈ, ਉਹਦੇ ਨਾਮ ਦੇ ਉੱਪਰ ਵਸਿਆ ਪਿੰਡ ਹੈ। ਕੁਝ ਸੈਯਦ ਜਿਹੜੇ ਪਰਿਵਾਰ ਨੇ ਮੁਸਲਮਾਨਾਂ ਦੇ, ਉਹ ਵੀ ਇਸ ਪਿੰਡ ਦੇ ਵਿੱਚ ਜਿਹੜੇ ਨੇ ਉਹ ਵਸਦੇ ਨੇ, ਤੇ ਉਸ ਪਿੰਡ ਦਾ ਉਹ ਵਸਨੀਕ ਹੈ। ਤੇ ਉੱਥੋਂ ਪਤਾ ਲੱਗ ਸਕਦਾ ਹੈ ਕਿ ਇਹ ਜਿਹੜਾ ਮਹਿਤਾਬ ਸਿੰਘ ਮੀਰਾਕੋਟ ਹੈ ਇਸ ਵੇਲੇ ਕਿੱਥੇ ਰਹਿ ਰਿਹਾ। ਸੋ ਉਸੇ ਵੇਲੇ ਉਸ ਨੇ ਹੁਕਮ ਦੇ ਦਿੱਤਾ, ਪਿੰਡ ਦੇ ਜਿਹੜੇ ਸੈਯਦ ਸੀ ਉਹ ਵੀ ਬੁਲਾ ਲਏ ਕਿ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਪਿੰਡ ਦੇ ਕਿਸੇ ਵੀ ਸਿੱਖ ਦੀ ਮਦਦ ਨਹੀਂ ਕਰਨੀ। ਫੌਜ ਜਾਏ, ਪਿੰਡ ਘੇਰਿਓ, ਸੈਯਦ ਕਸ਼ੂ ਨਾ ਬਸਾਏ। ਸੈਯਦ ਚਾਹੁੰਦੇ ਸੀ, ਵੈਸੇ ਉਹ ਥੋੜ੍ਹੇ ਕਹਿ ਸਕਦੇ ਹੋ ਕਿ ਮਿਲ ਵਰਤਣ ਰੱਖਦੇ ਸੀ ਪਿੰਡ ਦੇ ਲੋਕਾਂ ਦੇ ਨਾਲ, ਪਰ ਉਹਨਾਂ ਦਾ ਕੋਈ ਵੱਸ ਨਾ ਚੱਲਿਆ। ਫੌਜ ਜਾਏ, ਪਿੰਡ ਘੇਰਿਓ, ਸੈਯਦ ਕਸ਼ੂ ਨਾ ਬਸਾਏ। ਨੱਥਾ ਖਹਿਰਾ ਪੰਚ ਤੋਂ ਲੀਨੋ ਸੋ ਫੜਾਏ। ਤੇ ਜਿਹੜਾ ਪਿੰਡ ਦਾ ਚੌਧਰੀ ਤੇ ਪੰਚ ਸੀ ਨੱਥਾ ਖਹਿਰਾ, ਚੌਧਰੀ ਨੱਥਾ ਖਹਿਰਾ, ਜਿਹਦੀ ਹੁਣ ਗੱਲ ਸ਼ੁਰੂ ਕਰਦੇ ਹਾਂ, ਉਸ ਨੂੰ ਸਿਪਾਹੀ ਭੇਜ ਕੇ ਉਸ ਦੀ ਹਵੇਲੀ ਦੇ ਵਿੱਚੋਂ ਸੱਦ ਲਿਆ ਗਿਆ। ਉਸ ਨੂੰ ਸਿਪਾਹੀ ਭੇਜ ਕੇ ਉਸ ਦੀ ਹਵੇਲੀ ਦੇ ਵਿੱਚੋਂ ਸੱਦ ਲਿਆ ਗਿਆ। ਤੇ ਨੂਰਦੀਨ ਨਾਂ ਦਾ ਫੌਜਦਾਰ ਸੀ, ਜਿਹੜਾ ਲਾਹੌਰ ਤੋਂ ਫੌਜ ਲੈ ਕੇ ਆਇਆ ਸੀ ਪਠਾਣਾਂ ਦੀ, ਤੇ ਕੁਝ ਉਹਦੇ 'ਚ ਮੁਗਲ ਸਿਪਾਹੀ ਸੀ। ਉਹਦੇ ਨਾਲ ਇਹ ਜਿਹੜੇ ਮੱਸੇ ਰੰਗੜ ਦੇ ਪਰਿਵਾਰ ਦੇ ਰੰਗੜ ਸੀ, ਉਹ ਵੀ ਆਪਣਾ ਇੱਕ ਫੌਜ ਦਾ ਜਥਾ ਲੈ ਕੇ ਪਹੁੰਚੇ ਹੋਏ ਸੀ। ਸੋ ਨੂਰਦੀਨ ਥੇ ਫੌਜਦਾਰ ਜਿਸਨੇ ਐਸੋ ਕੀਓ ਅਚਾਰ, ਤੁਮਰੀ ਜਾਨ ਛੂਟਤੀ ਨਾਹੀਂ, ਬਿਨ ਮਹਿਤਾਬ ਸਿੰਘ ਲਿਆਏ ਜਹਾਂ ਹੀ। ਕਹਿੰਦੇ ਨੂਰਦੀਨ ਨੇ ਉਸ ਵੇਲੇ ਨੱਥੇ ਚੌਧਰੀ ਨੂੰ ਕਿਹਾ ਕਿ ਹੁਣ ਤੇਰੀ ਜਾਨ ਨਹੀਂ ਛੁੱਟਣੀ। ਸਾਨੂੰ ਪਤਾ ਲੱਗਾ ਹੈ ਕਿ ਜਿਹੜਾ ਮਹਿਤਾਬ ਸਿੰਘ ਹੈ ਉਹ ਤੇਰਾ ਪੱਗਵਟ ਭਰਾ ਬਣਿਆ, ਤੇ ਉਹ ਜਿੱਥੇ ਵੀ ਰਹਿੰਦਾ ਹੋਵੇਗਾ ਤੈਨੂੰ ਜ਼ਰੂਰ ਪਤਾ ਹੋਵੇਗਾ। ਇਸ ਕਰਕੇ ਜਾਂ ਤੇ ਤੈਨੂੰ ਉਸ ਦਾ ਪਤਾ ਲੱਗਣਾ, ਤੈਨੂੰ ਉਸ ਦਾ ਪਤਾ ਦੇਣਾ ਪਵੇਗਾ, ਤੇ ਹੁਣ ਤੇਰੀ ਜਾਨ ਨਹੀਂ ਛੁੱਟਣੀ। ਮਹਿਤਾਬ ਸਿੰਘ ਕੋ ਕੀਜੇ ਹਾਜ਼ਰ, ਬੱਚੇ ਸਮੋਸੋਂ ਰਾਖੇ ਲਕਾਜਰ। ਕਹਿੰਦੇ ਹੁਣ ਇਹ ਤੇਰੇ ਕੋ ਗੱਲ ਲੁਕਾਈ ਨਹੀਂ ਜਾਣੀ, ਹੁਣ ਤੈਨੂੰ ਮਹਿਤਾਬ ਸਿੰਘ ਮੀਰਾਕੋਟ ਨੂੰ ਸਾਡੇ ਸਾਹਮਣੇ ਪੇਸ਼ ਕਰਨਾ ਪੈਣਾ। ਨੱਥੇ ਨੇ ਬੜੀ ਗੰਭੀਰਤਾ ਦੇ ਨਾਲ ਸੋਚਿਆ, ਤੇ ਪੰਥ ਪ੍ਰਕਾਸ਼ ਦੇ ਲਿਖਾਰੀ ਰਤਨ ਸਿੰਘ ਭੰਗੂ ਲਿਖਦੇ ਨੇ, ਤਬ ਨੱਥੇ ਨੇ ਉਸਕੋ ਕਹੀ ਮਹਿਤਾਬ ਸਿੰਘ ਅਬ ਹਾਜ਼ਰ ਨਹੀਂ, ਜਾਨ ਹਮਾਰੀ ਹਾਜ਼ਰ ਆਹੀ, ਹਮਕੋ ਮਾਰੋ ਰਾਖੋ ਚਾਹੀ। ਕਹਿੰਦਾ ਮਹਿਤਾਬ ਸਿੰਘ ਤੇ ਇੱਥੇ ਨਹੀਂ ਹੈਗਾ, ਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਉਹ ਕਿੱਥੇ ਹੈ। ਬਾਕੀ ਜਿੱਥੋਂ ਤੱਕ ਮੇਰੀ ਗੱਲ ਹੈ, ਮੈਂ ਤੁਹਾਡੇ ਸਾਹਮਣੇ ਆ, ਫੌਜ ਤੁਹਾਡੀ ਹੈ, ਹੁਣ ਮੈਨੂੰ ਮਾਰਨਾ ਹੈ ਜਾਂ ਮੈਨੂੰ ਜਿੰਦਾ ਰੱਖਣਾ ਹੈ ਇਹ ਤੁਹਾਡੀ ਮਰਜ਼ੀ ਹੈ, ਪਰ ਮੈਂ ਤੁਹਾਡੇ ਸਾਹਮਣੇ ਆ। ਪਰ ਮਹਿਤਾਬ ਸਿੰਘ ਦੇ ਬਾਰੇ ਮੈਂ ਨਹੀਂ ਜਾਣਦਾ। ਪਰ ਪਿੰਡ ਦੇ ਵਿੱਚੋਂ ਇਹ ਗੱਲ ਪਹੁੰਚ ਚੁੱਕੀ ਸੀ ਨੂਰਦੀਨ ਚੌਧਰੀ ਦੇ ਕੋਲ ਕਿ ਮਹਿਤਾਬ ਸਿੰਘ ਦਾ ਜਿਹੜਾ ਛੋਟਾ ਜਿਹਾ ਪੁੱਤਰ ਹੈ ਰਾਏ ਸਿੰਘ, ਉਹ ਉਸਨੇ ਆਪਣੇ ਪੱਗਵਟ ਭਰਾ ਨੱਥੇ ਖਹਿਰੇ ਦੇ ਘਰ ਰੱਖਿਆ ਹੋਇਆ ਹੈ ਕਿ ਉਸ ਦੀ ਜਾਨ ਬਚ ਸਕੇ। ਨੂਰਦੀਨ ਨੇ ਫਿਰ ਜਿਉਂ ਕਹਿਓ, ਉਸ ਤੋਂ ਬਾਅਦ ਨੂਰਦੀਨ ਨੇ ਇਹ ਗੱਲ ਕਹੀ, ਲਿਆਏ ਪੁੱਤਰ ਤਿਸ ਚਾਹੇ ਤੂੰ ਜੀਓ, ਤਬ ਨੱਥੇ ਤੁਕਰਾਰ ਸੋ ਕੀਓ, ਲਿਆਉ ਟੋਲ ਜੋ ਰੱਖੋ ਜੀਓ। ਕਹਿੰਦਾ ਫਿਰ ਨੂਰਦੀਨ ਨੇ ਕਹਿੰਦਾ ਵੀ ਬੜਾ ਖਚਰਾ ਜਿਹਾ ਹਾਸਾ ਹੱਸਦਾ ਕਿਹਾ, ਕਹਿੰਦਾ ਵੀ ਫਿਰ ਜੇ ਮਹਿਤਾਬ ਸਿੰਘ ਮੀਰਾਕੋਟ ਨੂੰ ਨਹੀਂ ਫੜਾਉਣਾ, ਤੇ ਫਿਰ ਉਹਦਾ ਪੁੱਤ ਜਿਹੜਾ ਆਪਣੇ ਘਰ ਰੱਖਿਆ ਈ, ਫਿਰ ਉਹ ਤੇ ਸਾਡੇ ਹਵਾਲੇ ਕਰ ਦੇ। ਫਿਰ ਨੱਥੇ ਦੇ ਵਿੱਚ ਕਾਫੀ ਤਕਰਾਰ ਹੋਈ, ਕਿਉਂਕਿ ਉਹ ਤਕਰਾਰ ਕਿੰਨੀ ਹੋਈ ਉਹਦਾ ਜ਼ਿਕਰ ਪੰਥ ਪ੍ਰਕਾਸ਼ ਦੇ ਵਿੱਚ ਰਤਨ ਸਿੰਘ ਭੰਗੂ ਨੇ ਨਹੀਂ ਕੀਤਾ। ਪਰ ਇੱਕ ਲੰਬੀ ਤਕਰਾਰ ਹੋਈ ਜਿਹਦੇ ਵਿੱਚ ਜਿਹੜਾ ਨੱਥਾ ਚੌਧਰੀ ਸੀ ਇਹ ਗੱਲ ਕਹਿੰਦਾ ਰਿਹਾ ਕਿ ਬਹੁਤ ਛੋਟਾ ਬੱਚਾ ਹੈ, ਉਸ ਨੂੰ ਮੈਂ ਤੁਹਾਨੂੰ ਕਿਵੇਂ ਦੇ ਦੇਵਾਂ, ਪਰ ਜੇਕਰ ਫਿਰ ਵੀ ਤੁਸੀਂ ਚਾਹੁੰਦੇ ਹੋ, ਤੁਸੀਂ ਇਕਰਾਰ ਕਰੋ ਕਿ ਤੁਸੀਂ ਉਹਨੂੰ ਮਾਰੋਗੇ ਨਹੀਂ। ਤਬ ਨੱਥੇ ਤਕਰਾਰ ਸੋ ਕੀਓ, ਲਿਆਉਂ ਟੋਲ, ਠੀਕ ਹੈ ਮੈਂ ਉਹਨੂੰ ਲੈ ਆਉਣਾ, ਜੋ ਰੱਖੋ ਜੀਓ, ਕਿ ਉਹਦੀ ਜਾਨ ਨਾ ਲੈਣਾ। ਜੇ ਤੁਸੀਂ ਇਹ ਪ੍ਰਣ ਕਰਦੇ ਹੋ ਕਿ ਅਸੀਂ ਉਸ ਬੱਚੇ ਦੀ ਜਾਨ ਨਹੀਂ ਲਵਾਂਗੇ, ਤੇ ਮੈਂ ਮਹਿਤਾਬ ਸਿੰਘ ਦਾ ਪੁੱਤ ਤੁਹਾਨੂੰ ਵਿਖਾ ਦਿੰਦਾ, ਪਰ ਨਾ ਗ੍ਰਿਫਤਾਰ ਕਰਨ ਦੇਣਾ ਤੇ ਨਾ ਉਸ ਨੂੰ ਮਾਰਨ ਦੇਣਾ। ਤੇ ਉਸ ਤੇ ਬਾਅਦ ਫਿਰ ਨੂਰਦੀਨ ਕੀ ਕਹਿੰਦਾ, ਉਨ ਭਾਖਿਓ ਵੈ ਜੀਵਤ ਨਾਹੀਂ, ਬੱਚੇ ਔਲਾਦ ਨਾ ਸਿੰਘ ਖੂਨੀ ਕਾਹੀਂ। ਕਹਿੰਦਾ ਉਹ ਨੱਥਾ ਚੌਧਰੀ ਆ, ਕਿਵੇਂ ਦੀਆਂ ਭੋਲਿਆਂ ਵਾਲੀਆਂ ਗੱਲਾਂ ਕਰਦਾ। ਹਕੂਮਤ ਦਾ ਬਾਗੀ ਹੋਵੇ, ਜਿੰਨੇ ਹਕੂਮਤ ਦੇ ਚੌਧਰੀ ਮੱਸਾ ਰੰਗੜ ਦਾ ਖੂਨ ਕੀਤਾ ਹੋਵੇ, ਤੇ ਉਹਦੇ ਬੱਚੇ ਨੂੰ ਅਸੀਂ ਜਿਉਂਦਾ ਰਹਿਣ ਦਈਏ। ਇਹ ਤੂੰ ਕਿਵੇਂ ਸੋਚਦਾ ਕਿ ਮਹਿਤਾਬ ਸਿੰਘ ਮੀਰਾਕੋਟ ਦਾ ਪੁੱਤ ਜਿਹੜਾ ਉਹ ਸਾਡੇ ਹੱਥ ਆਵੇ ਤੇ ਅਸੀਂ ਉਹਨੂੰ ਛੱਡ ਦੇਵਾਂਗੇ? ਜਾ ਕੇ ਛੇਤੀ ਲੈ ਕੇ ਆ। ਬਾਲਕ ਭੇ ਨੱਥਾ ਤਬ ਗਿਓ, ਦੇਖ ਬਾਲ ਕੇ ਸੀਸ ਹਲਿਓ, ਮੈਂ ਜੋ ਬਾਲਕ ਦਿਉ ਫੜਾਏ,
ਬਾਲਕ ਤੁਰਤ ਦਹੇਂਗੇ ਕਾਏ। ਕਹਿੰਦਾ ਜਦੋਂ ਨੱਥਾ ਚੌਧਰੀ ਘਰ ਦੇ ਵਿੱਚ ਗਿਆ ਆਪਣੀ ਹਵੇਲੀ ਦੇ ਵਿੱਚ, ਤੇ ਮਹਿਤਾਬ ਸਿੰਘ ਮੀਰਾਂਕੋਟ ਦਾ ਜਿਹੜਾ ਪੁੱਤਰ ਸੀ ਨਾ, ਸਰਦਾਰ ਰਾਏ ਸਿੰਘ, ਤਾਇਆ ਜੀ ਕਹਿ ਕੇ ਉਹਨੂੰ ਚੰਬੜ ਗਿਆ। ਤੇ ਕਹਿੰਦਾ ਨੱਥਾ ਸਿੰਘ ਜਿਹੜਾ ਸੀ ਨਾ, ਉਹਨੇ ਫਿਰ ਆਪਣਾ ਸਿਰ ਹਿਲਾ ਕੇ ਉਹਨੇ ਕਿਹਾ ਕਿ ਜੇ ਮੈਂ ਅੱਜ ਇਸ ਸੁੰਦਰ ਬਾਲਕ ਨੂੰ ਹਕੂਮਤ ਦੇ ਫੌਜਦਾਰ ਦੇ ਹਵਾਲੇ ਕਰ ਦਿੱਤਾ ਤੇ ਉਹ ਤੇ ਇਸ ਨੂੰ ਝੱਟ ਹੀ ਖਤਮ ਕਰ ਦੇਣਗੇ। ਕਹਿਣ ਦਾ ਭਾਵ ਸੀ ਕਿ ਪੁੱਤਰ ਜਿਹੜਾ ਮਹਿਤਾਬ ਸਿੰਘ ਮੀਰਾਂਕੋਟ ਦਾ ਸੀ, ਤੇ ਮਹਿਤਾਬ ਸਿੰਘ ਮੀਰਾਂਕੋਟ ਦੇ ਪੱਗਵੱਟ ਭਰਾ ਨੱਥੇ ਚੌਧਰੀ ਦੇ ਵਿੱਚ ਜਦੋਂ ਆਪਸ ਦੇ ਵਿੱਚ ਕਹਿ ਸਕਦੇ ਹੋ ਕਿ ਅੱਖਾਂ ਮਿਲਦੀਆਂ ਨੇ, ਤਾਂ ਉਸੇ ਵੇਲੇ ਨੱਥਾ ਚੌਧਰੀ ਬੜਾ ਭਾਵੁਕ ਹੋ ਜਾਂਦਾ ਹੈ ਕਿ ਮੇਰੇ ਪੱਗਵੱਟ ਭਰਾ ਦਾ ਦੋਸਤ ਹੈ, ਤੇ ਜੇਕਰ ਅੱਜ ਮੈਂ ਇਸ ਨੂੰ ਦੁਸ਼ਮਣਾਂ ਦੇ ਹਵਾਲੇ ਕਰ ਦਿੱਤਾ ਤਾਂ ਦੁਸ਼ਮਣ ਇਸ ਨੂੰ ਖਤਮ ਕਰ ਦੇਣਗੇ। ਫੜਾਏ ਮਰਾਵਾਂ ਬਾਲਕੋ ਬਿਨ ਪੰਚਾਂ ਮਿਲੇ ਨਾ ਥਾਉ, ਵਿੱਚ ਪੰਚਾਂ ਮਿਲੇ ਨਾ ਥਾਉ। ਫੜਾਏ ਮਰਾਵਾਂ ਬਾਲਕੋ ਵਿੱਚ ਪੰਚਾਂ ਮਿਲੇ ਨਾ ਥਾਉ, ਮੰਗੇ ਸਿੰਘ ਨਿਜ ਪੁੱਤਰ ਕੋ ਦਰਗਹਿ ਕਲੰਕ ਲਵਾਉ। ਕਹਿੰਦਾ ਕਿ ਅੱਜ ਜੇਕਰ ਮੈਂ ਆਪਣੇ ਪੱਗਵੱਟ ਭਰਾ ਮਹਿਤਾਬ ਸਿੰਘ ਦੇ ਪੁੱਤਰ ਨੂੰ ਹਕੂਮਤ ਦੇ ਫੌਜਦਾਰ ਦੇ ਹਵਾਲੇ ਕਰ ਦੇਵਾਂ ਤਾਂ ਮੈਨੂੰ ਦਰਗਾਹ ਦੇ ਵਿੱਚ ਕਿਵੇਂ ਢੋਈ ਮਿਲੇਗੀ ਕਿ ਆਪਣੇ ਦੋਸਤ ਦੇ ਨਾਲ ਧੋਖਾ ਕਰ ਦਿੱਤਾ। ਤੇ ਕੱਲ ਨੂੰ ਜਦੋਂ ਮੇਰਾ ਦੋਸਤ ਆ ਕੇ ਕਹੇਗਾ ਕਿ ਮੇਰਾ ਪੁੱਤ ਵਿਖਾ, ਮੈਂ ਵੇਖਣਾ ਮੇਰਾ ਪੁੱਤ ਕਿੱਥੇ ਹੈ, ਤੇ ਕਹਿੰਦਾ ਮੈਂ ਉਹਨੂੰ ਕਿਹੜਾ ਮੂੰਹ ਵਿਖਾਵਾਂਗਾ। ਮੈਂ ਤਾਂ ਇੱਥੇ ਵੀ ਉਹਨੂੰ ਮੂੰਹ ਵਿਖਾਉਣ ਜੋਗਾ ਨਹੀਂ, ਤੇ ਦਰਗਹਿ ਕਲੰਕ ਲਗਾਉਂ। ਤੇ ਜੇਕਰ ਮੈਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਗਿਆ ਤਾਂ ਮੇਰੇ ਮੱਥੇ ਉੱਥੇ ਵੀ ਕਲੰਕ ਹੋਣਾ ਕਿ ਮੈਂ ਆਪਣੇ ਦੋਸਤ ਦੇ ਨਾਲ ਧੋਖਾ ਕੀਤਾ। ਮੈਂ ਆਪਣੇ ਪੱਗਵੱਟ ਭਰਾ ਦਾ ਪੁੱਤ ਜਿਹੜਾ ਸੀ ਉਹ ਮਰਵਾ ਦਿੱਤਾ। ਅੱਗੇ ਫਿਰ ਸਰਦਾਰ ਰਤਨ ਸਿੰਘ ਪੰਗੂ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਚੌਪਾਈ ਦੇ ਵਿੱਚ ਲਿਖਦੇ ਨੇ, ਤਬ ਨੱਥੇ ਨੇ ਐਸ ਉਚਾਰਾ ਬਾਲਕ ਕੇ ਸੰਗ ਮਰਨਾ ਧਾਰਾ, ਰਹੇ ਔਲਾਦ ਜਗਤ ਮੇ ਮੇਰੀ ਸੋਭਾ ਪਾਊ ਜਗਤ ਭਲੇਰੀ। ਕਹਿੰਦਾ ਕਿ ਜੇਕਰ ਅੱਜ ਮੈਂ ਆਪਣੇ ਪੱਗਵੱਟ ਭਰਾ ਦਾ ਪੁੱਤ ਹਕੂਮਤ ਦੇ ਫੌਜਦਾਰ ਦੇ ਹਵਾਲੇ ਕਰਵਾ ਕੇ ਮਰਵਾ ਦਿੱਤਾ ਤਾਂ ਮੇਰੀ ਆਉਣ ਵਾਲੀ ਪੀੜ੍ਹੀ ਨੂੰ ਕਲੰਕ ਲੱਗ ਜਾਣਾ। ਪਰ ਜੇ ਕਿਤੇ ਮੈਂ ਇਸ ਬਾਲਕ ਨੂੰ ਬਚਾਉਂਦਿਆਂ ਆਪਣੀ ਜਾਨ ਵੀ ਦੇ ਦਿੱਤੀ ਤੇ ਮੇਰੀ ਔਲਾਦ ਦੇ ਵਿੱਚੋਂ ਕੋਈ ਵੀ ਬਚਿਆ ਰਿਹਾ, ਮੇਰੇ ਪਰਿਵਾਰ 'ਚੋਂ ਬਚਿਆ ਰਿਹਾ, ਮੇਰੀ ਬੰਸਾਵਲੀ 'ਚੋਂ ਬਚਿਆ ਰਿਹਾ, ਕਮ ਸੇ ਕਮ ਆਉਣ ਵਾਲੀ ਤਾਰੀਖ ਦੇ ਵਿੱਚ, ਆਉਣ ਵਾਲੇ ਇਤਿਹਾਸ ਦੇ ਵਿੱਚ ਉਹਦੇ ਮੱਥੇ ਦੇ ਉੱਪਰ ਕੋਈ ਕਲੰਕ ਨਹੀਂ ਲੱਗੇਗਾ। ਅੱਗੇ ਫਿਰ ਉਹ ਕਹਿੰਦੇ ਨੇ ਕਿ ਤਬ ਨੱਥੇ ਕੰਧੇ ਧਰਿਓ ਪੀਛੇ ਕੰਧ ਟਪਾਏ, ਪੰਜ ਪੁਰਖ ਤਿਸ ਸੰਗ ਚਲੇ, ਪਏ ਕਮੋਈ ਰਾਹੇ सक्का ਪੁੱਤਰ ਔਰ ਭਾਂਜਾ, ਕਾਮਾ ਸੰਗ ਦਰਬਾਨ। ਕਹਿੰਦਾ ਕਿ ਉਸੇ ਵੇਲੇ ਨੱਥੇ ਚੌਧਰੀ ਨੇ ਆਪਣੇ ਪੱਗਵੱਟ ਭਰਾ ਮਹਿਤਾਬ ਸਿੰਘ ਮੀਰਾਂਕੋਟ ਦੇ ਪੁੱਤਰ ਨੂੰ ਆਪਣੇ ਮੋਢਿਆਂ ਦੇ ਉੱਪਰ ਕੁੱਛੜ ਚੁੱਕਿਆ, ਤੇ ਉਹਦੇ ਨਾਲ 5 ਬੰਦੇ ਜਿਹੜੇ ਸੀ ਉਹਦੇ ਪਰਿਵਾਰ ਦੇ ਵਿੱਚੋਂ ਤੁਰਨ ਦੇ ਵਾਸਤੇ ਤਿਆਰ ਹੋਏ। ਮੈਂ ਕਹਿੰਦਾ ਕਿ ਕਿੱਡੀ ਵੱਡੀ ਇੱਕ ਕਹਿ ਸਕਦੇ ਹੋ ਕਿ ਇੱਕ ਕੁਰਬਾਨੀ ਹੈ, ਕਿੰਨਾ ਵੱਡਾ ਹੌਸਲਾ ਹੈ, ਕਿੰਨਾ ਵੱਡਾ ਸਮਰਪਣ ਹੈ ਕਿ ਆਪਣੇ ਪੱਗਵੱਟ ਭਰਾ ਸਰਦਾਰ ਮਹਿਤਾਬ ਸਿੰਘ ਮੀਰਾਂਕੋਟ ਦੇ ਪੁੱਤਰ ਦੀ ਜਾਨ ਬਚਾਉਣ ਦੇ ਵਾਸਤੇ ਨੱਥਾ ਚੌਧਰੀ ਤਾਂ ਉਸ ਪੁੱਤਰ ਨੂੰ ਮੋਢੇ ਦੇ ਉੱਪਰ ਚੁੱਕ ਕੇ ਗਿਆ, ਪਰ ਉਹਦੇ ਨਾਲ ਜਿਹੜਾ ਉਸ ਦਾ ਬੇਟਾ, ਉਸ ਦਾ ਭਾਂਜਾ, ਇੱਥੇ ਮੈਂ ਕਾਮਾ ਸ਼ਬਦ ਵਰਤਿਆ, ਪੰਥ ਪ੍ਰਕਾਸ਼ ਦੇ ਵਿੱਚ ਸ਼ਬਦ ਹੋਰ ਵਰਤਿਆ ਗਿਆ, ਉਹ ਕੋਈ ਇਤਰਾਜ਼ ਕਰ ਸਕਦਾ ਹੈ। ਤੇ ਇੱਕ ਦਰਬਾਨ ਜਿਹੜਾ ਉਹਦੀ ਹਵੇਲੀ ਦੇ ਬਾਹਰ ਜਿਹੜਾ ਸੀਗਾ ਦਰਬਾਨ ਸੀ, ਉਹ ਹੁੰਦਾ ਸੀ। ਸੋ ਦਰਬਾਨ, ਇੱਕ ਭਾਣਜਾ, ਇੱਕ ਉਹਦਾ ਘਰ 'ਚ ਕੰਮ ਵਾਲਾ ਬੰਦਾ, 3, ਇੱਕ ਉਹਦਾ ਪੁੱਤਰ 4, ਤੇ 5ਵਾਂ ਜਿਹੜਾ ਸੀ ਨੱਥਾ ਚੌਧਰੀ। ਇਹ 5 ਜਾਣੇ, ਤੇ 6ਵਾਂ ਸਰਦਾਰ ਮਹਿਤਾਬ ਸਿੰਘ ਮੀਰਾਂਕੋਟ ਦਾ ਪੁੱਤਰ ਜਿਹੜਾ ਮੋਢਿਆਂ ਦੇ ਉੱਪਰ ਚੁੱਕਿਆ ਹੋਇਆ, ਉਹ ਲੈ ਕੇ ਜਿਹੜੇ ਸੀ ਸਿਖਰ ਦੁਪਹਿਰੇ ਟੀਟਮੇ ਲੰਘ ਗਏ ਇੱਕ ਮੈਦਾਨ। ਤੇ ਦੁਪਹਿਰ ਨੂੰ ਜਿਹੜਾ ਸੀ ਉਹਨਾਂ ਨੇ ਪਿੰਡ ਛੱਡ ਕੇ ਪਿੰਡ ਤੋਂ ਬਾਹਰ ਵੱਲ ਨੂੰ ਉਹਨਾਂ ਨੇ ਕੰਬੋਕੀ ਪਿੰਡ ਵੱਲ ਨੂੰ ਜਾਣਾ ਸ਼ੁਰੂ ਕਰ ਦਿੱਤਾ। ਜਦੋਂ ਘਰੋਂ ਨਿਕਲ ਕੇ ਪਹੁੰਚੇ ਤਾਂ ਉਸੇ ਵੇਲੇ ਕਿਸੇ ਮੁਖਬਰੀਏ ਨੇ ਆ ਕੇ ਹਰੀ ਭਗਤ ਨਰੰਜਣੀਆਂ ਤੇ ਆਪਣੇ ਨਾਲ ਨੂਰਦੀਨ ਨੂੰ ਲੈ ਕੇ ਜਿਹੜਾ ਪਿੰਡ ਦੇ ਬਾਹਰ ਉਡੀਕ ਰਿਹਾ ਸੀ ਕਿ ਨੱਥਾ ਚੌਧਰੀ ਜਿਹੜਾ ਮਹਿਤਾਬ ਸਿੰਘ ਦੇ ਪੁੱਤ ਨੂੰ ਲਿਆ ਕੇ ਸਾਡੇ ਸਾਹਮਣੇ ਪੇਸ਼ ਕਰੇਗਾ ਤੇ ਅਸੀਂ ਉਸ ਨੂੰ ਕਤਲ ਕਰ ਦੇਵਾਂਗੇ ਜਾਂ ਮਾਰ ਦੇਵਾਂਗੇ। ਉਹਨਾਂ ਤੱਕ ਇੱਕ ਮੁਖਬਰ ਨੇ ਉਸੇ ਵੇਲੇ ਖਬਰ ਦੇ ਦਿੱਤੀ ਕਿ ਨੱਥਾ ਖਹਿਰਾ ਤਾਂ ਮਹਿਤਾਬ ਸਿੰਘ ਮੀਰਾਂਕੋਟ ਦੇ ਪੁੱਤਰ ਨੂੰ ਆਪਣੇ ਕੁਝ ਸਾਥੀਆਂ ਸਮੇਤ ਲੈ ਕੇ ਭੱਜ ਗਿਆ। ਹਰ ਭਗਤ ਨਰੰਜਣੀਏ ਨੇ ਸੁਣ ਪਾਈ, ਨੱਥਾ ਗਿਓ ਸੋ ਕੰਧ ਟਪਾਈ, ਤੁਰਤ ਦੌੜ ਉਹਨ ਚੁਗਲੀ ਖਾਈ, ਗਇਓ ਨੱਠ ਜਿਉ ਆਇਓ ਜਹਤਾਈ, ਸੋ ਨੱਠ ਗਏ ਸੋ
ਰਹਿਗ ਹਮਾਰੀ ਚੜ ਤੁਰੰਗ ਤਿਸ ਲੀਏ ਮਾਰੀ ਸੁਨਤ ਫੌਜ ਤਹਿ ਚੜ ਆਈ ਪਹਿਲੇ ਜਾਏ ਸੁਪੈੜੇ ਲਾਈ। ਕਹਿੰਦਾ ਉਸੇ ਵੇਲੇ ਹਰਭਗਤ ਨਿਰੰਜਣੀਏ ਨੇ ਤੇ ਨੂਰਦੀਨ ਨੇ ਜਿਹੜੀ ਆਪਣੀ ਘੋੜ ਸਵਾਰ ਫੌਜ ਸੀ ਉਹਨਾਂ ਨੂੰ ਉਸੇ ਵੇਲੇ ਹੁਕਮ ਦਿੱਤਾ ਕਿ ਜਿੱਧਰ ਨੂੰ ਨੱਥਾ ਚੌਧਰੀ ਜਿਹੜਾ ਮਹਿਤਾਬ ਸਿੰਘ ਦੇ ਪੁੱਤ ਨੂੰ ਲੈ ਕੇ ਗਿਆ ਉਧਰਲੇ ਪਾਸੇ ਨੂੰ ਘੋੜੇ ਜਿਹੜੇ ਤਰੰਗ ਘੋੜੇ ਜਿਹੜੇ ਨੇ ਉਹ ਤੁਰੰਤ ਜਿਹੜੇ ਨੇ ਉਹ ਭਜਾ ਦਿੱਤੇ ਜਾਣ ਤੇ ਜਾ ਕੇ ਉਸ ਨੂੰ ਘੇਰ ਕੇ ਫੜ ਲਿਆ ਜਾਵੇ ਜਾਂ ਉਸ ਨੂੰ ਮਾਰ ਲਿਆ ਜਾਏ। ਤਬ ਨੱਥੇ ਨੇ ਪੁੰਨ ਕਹਿਓ ਲੋਕਨ ਕੋ ਸਮਝਾਏ। ਕਹਿੰਦਾ ਹੁਣ ਨੱਥਾ ਚੌਧਰੀ ਤੁਰਿਆ ਜਾ ਰਿਹਾ ਤੇ ਆਪਣੇ ਸਾਥੀਆਂ ਨੂੰ ਪਤਾ ਕੀ ਕਹਿੰਦਾ, ਕਹਿੰਦਾ ਮੇਰੀ ਇੱਕ ਗੱਲ ਮੰਨੋ, ਤੁਮ ਰਾਏ ਸਿੰਘ ਕੋ ਲੈ ਨੱਠੋ ਮੈਂ ਰਾਖੋਂ ਫੌਜ ਅਟਕਾਏ। ਕਿ ਉਸ ਵੇਲੇ ਨੱਥੇ ਚੌਧਰੀ ਦੇ ਕੋਲ ਤੀਰ ਕਮਾਨ ਤੇ ਉਹਦੇ ਕਮਰ ਕੱਸੇ ਦੇ ਵਿੱਚ ਇੱਕ ਸ਼ਮਸ਼ੀਰ ਸੀ, ਇੱਕ ਤਲਵਾਰ ਸੀ। ਉਹ ਕਹਿੰਦਾ ਕਿ ਮੈਂ ਇਕੱਲਾ ਫੌਜ ਨੂੰ ਰੋਕਦਾ ਤੇ ਤੁਸੀਂ ਸਰਦਾਰ ਮਹਿਤਾਬ ਸਿੰਘ ਦੇ ਪੁੱਤ ਨੂੰ ਲੈ ਕੇ ਭੱਜ ਜਾਓ। ਇਹ ਗੱਲ ਉਹ ਆਪਣੇ ਪੁੱਤਰ ਨੂੰ ਕਹਿੰਦਾ, ਆਪਣੇ ਭਾਣਜੇ ਨੂੰ ਕਹਿੰਦਾ, ਆਪਣੇ ਦਰਬਾਨ ਨੂੰ ਕਹਿੰਦਾ, ਜਿਸ ਨੂੰ ਪੰਜਾਬੀ ਦੇ ਵਿੱਚ ਬਰਵਾਲਾ ਵੀ ਲਿਖਿਆ, ਦਰਬਾਨ ਵੀ ਲਿਖਿਆ, ਦਰਬਾਨ ਵੀ ਲਿਖਿਆ, ਜਿਹੜਾ ਉਹਦੀ ਹਵੇਲੀ ਦੇ ਬਾਹਰ ਖੜਾ ਹੁੰਦਾ ਸੀ। ਤੇ ਇੱਕ ਉਹਦਾ ਜਿਹੜਾ ਨੌਕਰ ਹੈ, ਜਿਹੜਾ ਕੰਮ ਆ, ਉਸ ਨੂੰ ਕਹਿੰਦਾ ਕਿ ਮੈਂ ਇੱਥੇ ਫੌਜ ਨੂੰ ਰੋਕਦਾ, ਤੁਸੀਂ ਇੱਥੋਂ ਚਲੇ ਜਾਓ। ਤੇ ਨੱਥੇ ਕਹੋ ਸੁਤ ਤੁਮ ਨੱਠ ਜਾਓ ਇਸ ਬਾਲਕ ਕੋ ਕੰਧੇ ਚੜਾਓ। ਸੁਤ ਦਾ ਭਾਵ ਹੈ ਪੁੱਤਰ। ਨੱਥਾ ਚੌਧਰੀ ਕਹਿੰਦਾ ਪੁੱਤਰਾ ਤੂੰ ਭੱਜ ਜਾ, ਇਸ ਬਾਲਕ ਨੂੰ ਆਪਣੇ ਕੰਧੇ ਤੇ ਚੁੱਕ ਲੈ ਤੇ ਤੂੰ ਹਕੂਮਤ ਦੀਆਂ ਫੌਜਾਂ ਤੋਂ ਦੂਰ ਚਲਾ ਜਾ। ਜੇ ਤੁਮ ਬਾਲਕ ਅਬ ਭੱਜ ਜਾਵੋ ਤੋ ਅਤ ਨਿੰਦਿਆ ਜਗ ਮੇ ਪਾਓ, ਪਰ ਜੇ ਤੁਮ ਬਾਲਕ ਅਬ ਭੱਜ ਜਾਵੋ ਤੋ ਅਤ ਨਿੰਦਿਆ ਜਗ ਮੇ ਪਾਓ। ਜਾਕੀ ਖਾਤਰ ਨੱਠ ਕਰ ਮਰੇ ਅੰਤ ਕਾਲ ਤਿਸ ਭੱਜ ਹੀ ਖਰੇ। ਕਹਿੰਦੇ ਕਿ ਜੇਕਰ ਹੁਣ ਅਸੀਂ ਬਾਲਕ ਨੂੰ ਛੱਡ ਗਏ ਨਾ ਤੇ ਸਾਰੀ ਦੁਨੀਆ ਦੇ ਵਿੱਚ ਨਿੰਦਿਆ ਕਰਨੀ ਪਵੇਗੀ, ਪਰ ਮੌਤ ਤਾਂ ਅੰਤ ਸਾਨੂੰ ਆਉਣੀ ਹੀ ਆਉਣੀ ਹੈ। ਇਸ ਮੌਤ ਤੋਂ ਤਾਂ ਨਹੀਂ ਭੱਜਿਆ ਜਾ ਸਕਦਾ, ਪਰ ਜੇਕਰ ਅਸੀਂ ਇਸ ਬਾਲਕ ਦੀ ਜਾਨ ਬਚਾਉਂਦੇ ਮਰ ਵੀ ਗਏ ਨਾ ਤਾਂ ਅਸੀਂ ਖਰੇ ਉਤਰਾਂਗੇ। ਮੈਂ ਇਹਾਂ ਰੋਕ ਫੌਜ ਸੋ ਲਰੋਂ ਤੁਮ ਕਿਛ ਜਾਏ ਗਾਉਂ ਮੇ ਵਰੋ। ਕਹਿੰਦਾ ਕਿ ਮੈਂ ਇੱਥੇ ਫੌਜ ਨੂੰ ਰੋਕਦਾ ਤੇ ਤੁਸੀਂ ਅਗਲੇ ਪਿੰਡ ਦੇ ਵਿੱਚ ਜਾ ਕੇ ਵੜ ਜਾਓ। ਇਸ ਬਾਲਕ ਕੋ ਦਿਹੋ ਲਕਾਏ ਪਾਸ਼ੇ ਤੁਮ ਸਿਰ ਹੋਏ ਸੋ ਜਾਏ। ਕਹਿੰਦਾ ਕਿ ਤੁਸੀਂ ਇਸ ਬਾਲਕ ਨੂੰ ਜਾ ਕੇ ਕਿਸੇ ਪਿੰਡ 'ਚ ਲਗਾ ਦਿਓ, ਉਸ ਤੋਂ ਬਾਅਦ ਜੋ ਤੁਹਾਡੇ ਨਾਲ ਹੋਵੇਗੀ ਵੇਖੀ ਜਾਏਗੀ, ਪਰ ਮੇਰੇ ਪੱਗਵਟ ਭਰਾ ਦਾ ਜਿਹੜਾ ਪੁੱਤ ਹੈ ਉਹ ਬਚਣਾ ਚਾਹੀਦਾ। ਇਸਕਾ ਪਿਤਾ ਸੌਂਪ ਹਮ ਗਇਓ ਤਿਸ ਖਾਤਰ ਹਮ ਮਰਨੋਂ ਪਿਓ। ਕਹਿੰਦੇ ਇਹਦਾ ਪਿਤਾ ਜਿਹੜਾ ਸੀ ਉਹ ਸਾਨੂੰ ਸੌਂਪ ਕੇ ਗਿਆ ਹੈ ਤੇ ਸਾਡਾ ਫਰਜ਼ ਬਣਦਾ ਹੈ ਕਿ ਹੁਣ ਆਪਣੇ ਦੋਸਤ ਦੀ ਅਮਾਨਤ ਨੂੰ ਬਚਾਉਂਦਿਆਂ ਭਾਵੇਂ ਸਾਡੀ ਜਾਨ ਵੀ ਚਲੀ ਜਾਵੇ, ਪਰ ਅਸੀਂ ਆਪਣੇ ਦੋਸਤ ਦੀ ਜਿਹੜੀ ਅਮਾਨਤ ਹੈ ਉਸ ਨੂੰ ਬਚਾਉਣਾ। ਤਿਸਕੇ ਪੁੱਤਰ ਤਬ ਕਹਿਓ ਹਮ ਨਠ ਬਚੇ ਸੋ ਨਾਹੀ ਮੌਤ ਆਈ ਹਮ ਸੀਸ ਪੇ ਕਿਸ ਘਰ ਲੁਕੋ ਛਿਪਾ ਹੈ। ਹੁਣ ਨੱਥੇ ਚੌਧਰੀ ਦਾ ਪੁੱਤਰ ਵੀ ਕਿੰਨਾ ਬਹਾਦਰ ਹੈ, ਨੱਥੇ ਖਹਿਰੇ ਦਾ ਪੁੱਤਰ। ਕਹਿੰਦਾ ਉਹਦੇ ਪੁੱਤਰ ਨੇ ਕਹਿੰਦਾ ਬੜੀ ਬਹਾਦਰੀ ਨਾਲ ਕਿਹਾ, ਕਹਿੰਦਾ ਵੀ ਇਹ ਪਿਤਾ ਜੀ ਕੋਈ ਬਹਾਦਰਾਂ ਵਾਲੀ ਗੱਲ ਥੋੜਾ ਹੋਈ ਵੀ ਹੁਣ ਨੱਠ ਕੇ ਜਾਨ ਬਚਾਈਏ। ਹੁਣ ਜਦੋਂ ਸਿਰ ਤੇ ਮੌਤ ਖੜੀ ਹੈ ਤੇ ਤੁਹਾਡੇ ਦੋਸਤ ਦੇ ਪੁੱਤਰ ਤੇ ਆਪਣੇ ਭਰਾ ਨੂੰ ਬਚਾਉਣ ਦੇ ਵਾਸਤੇ ਅਸੀਂ ਜਿੰਨਾ ਚਿਰ ਤੱਕ ਜਿਉਂਦੇ ਉਹਨਾਂ ਚਿਰ ਤੱਕ ਤਾਂ ਲੜਾਂਗੇ। ਸਾਡੀ ਮੌਤ ਤੋਂ ਬਾਅਦ ਕੀ ਹੁੰਦਾ ਹੈ, ਪਰ ਕਮ ਸੇ ਕਮ ਆਉਣ ਵਾਲੀ ਭਵਿੱਖ ਦੀ ਤਾਰੀਖ ਦੇ ਵਿੱਚ ਸਾਡੇ ਮੱਥੇ ਦੇ ਉੱਪਰ ਕਲੰਕਤ ਨਹੀਂ ਲੱਗੇਗਾ ਕਿ ਖਹਿਰਿਆਂ ਨੇ ਆਪਣੇ ਦੋਸਤ ਦਾ ਪੁੱਤਰ ਮਰਵਾ ਦਿੱਤਾ ਸੀ। ਤਬ ਲੱਗ ਫੌਜ ਦੇ ਵੋ ਘੇਰ ਮਾਰੀ ਬੰਦੂਕਨ ਕਰੀ ਨਾ ਬੇਰ। ਤਬ ਤੇ ਜੱਟ ਮੁੜੇ ਕਰ ਹੂਰ ਕਰੇ ਮੁਗਲ ਤਬ ਢਿੱਗ ਤੇ ਦੂਰ। ਕਹਿੰਦਾ ਅਜੇ ਉਹ ਇਹ ਗੱਲਾਂ ਕਰ ਰਹੀ ਸੀ ਤੇ ਉਹਨੇ ਚਿਰ ਨੂੰ ਫੌਜ ਨੇੜੇ ਆ ਗਈ ਤੇ ਫੌਜ ਨੇ ਜਿਹੜੀਆਂ ਸੀਗੀਆਂ ਇੱਕਦਮ ਆਪਣੀਆਂ ਪਲੀਤੇਦਾਰ ਜਿਹੜੀਆਂ ਬੰਦੂਕਾਂ ਸੀ ਉਹਨਾਂ ਦੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਫੌਜ ਨੇ ਫਾਇਰ ਕੀਤੇ, ਜੇਕਰ ਤੁਹਾਨੂੰ ਪੁਰਾਣੀਆਂ ਬੰਦੂਕਾਂ ਦਾ ਪਤਾ ਹੋਵੇ ਤੇ ਪਲੀਤੇਦਾਰ ਬੰਦੂਕ ਦੀ ਇੱਕ ਗੋਲੀ ਦੀ ਛਿਲਕ ਚਲਾਉਣ ਤੋਂ ਬਾਅਦ, ਇਕੱਠੀਆਂ ਬੰਦੂਕਾਂ ਚਲਾਉਣ ਤੋਂ ਬਾਅਦ ਫਿਰ ਉਹਨਾਂ ਨੂੰ ਅੱਗੇ ਤੋਂ ਭਰਨਾ ਪੈਂਦਾ। ਕਹਿੰਦਾ ਕਿ ਜਦੋਂ ਉਹਨਾਂ ਨੇ ਇੱਕ ਵਾਰੀ ਬੰਦੂਕਾਂ ਚਲਾ ਲਈਆਂ ਤੇ ਦੂਜੀ ਵਾਰੀ ਜਦੋਂ ਭਰਨ ਦੀ ਤਿਆਰੀ ਵਿੱਚ ਸੀ ਤੇ ਸਰਦਾਰ ਨੱਥੇ ਖਹਿਰੇ ਨੇ ਤੇ ਉਸਦੇ ਸਾਥੀਆਂ ਨੇ ਜਦੋਂ ਅੱਗੋਂ ਜਿਹੜਾ ਸੀ ਮੁਕਾਬਲਾ ਕਰਨਾ ਸ਼ੁਰੂ ਕੀਤਾ ਤੇ ਜਿਹੜੇ ਮੁਗਲ ਸੀਗੇ ਉਹ ਇੱਕ ਵਾਰੀ ਪਿੱਛੇ ਨੂੰ ਭੱਜ ਗਏ। ਕਹਿੰਦਾ ਕਿ ਜਦੋਂ ਮੁਗਲਾਂ ਨੇ ਇਹ ਗੱਲ ਵੇਖੀ ਕਿ ਨੱਥੇ ਨੇ ਬੜੀ ਬਹਾਦਰੀ ਦੇ ਨਾਲ ਮੁਕਾਬਲਾ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਇਹਦੇ ਅੱਗੇ ਸਾਡੇ ਅੱਗੇ ਕਹਿ ਸਕਦੇ ਹੋ ਕਿ ਇਹ ਸਾਡੇ ਅੱਗੇ ਪੈਰ ਜੰਮ ਕੇ ਖਲੋ ਗਿਆ ਤੇ ਉਹਨੇ ਤੀਰਾਂ ਦੀ ਜਿਹੜੀ ਸੀਗੀ ਅੱਗੋਂ ਕਹਿ ਸਕਦੇ ਹੋ ਕਿ ਵਰਖਾ ਕਰਨੀ ਸ਼ੁਰੂ ਕਰ ਦਿੱਤੀ। ਤੇ ਕਹਿੰਦਾ ਜਿਹੜੇ ਲਾਹੌਰ ਦੇ ਭੇਜੇ ਮੁਗਲ ਸਿਪਾਹੀ ਸੀ ਉਹ ਸੋਚਦੇ ਵੀ ਹੁਣ ਮੱਸੇ ਰੰਗੜ ਦੇ ਪਰਿਵਾਰ ਨੂੰ ਸੱਦੀਏ ਵੀ ਬਦਲਾ ਤੇ ਅਸੀਂ ਤੁਹਾਡਾ ਲੈਣ ਆਏ ਆ ਕਿ ਤੁਹਾਡਾ ਜਿਹੜਾ ਜੀਜਾ ਹੈ ਜਾਂ ਤੁਹਾਡਾ ਭਰਾ ਜਿਹੜਾ
ਉਹ ਮਾਰਿਆ, ਉਹਦੇ ਸਾਲੇ ਨਾਲ ਨੇ ਰੰਗੜ ਦੇ, ਉਹਦੇ ਭਰਾ ਨਾਲ ਨੇ, ਉਹਦੇ ਰਿਸ਼ਤੇਦਾਰ ਨਾਲ ਨੇ, ਤੇ ਮਰਨ ਤੁਹਾਡੇ ਥਾਂ ਅਸੀਂ ਡਏ ਆ। ਜਦੋਂ ਤੀਰਾਂ ਦੇ ਨਾਲ ਨੱਥੇ ਚੌਧਰੀ ਨੇ ਕੁਝ ਮੁਗਲ ਸਿਪਾਹੀ ਸੁੱਟ ਦਿੱਤੇ, ਤਗ ਮੁਗਲਨ ਨੇ ਐਸੇ ਕਹਿਓ रंगड़न को सो बुलाए, लेवा बदलो अब तुम्हें। तब मुगलन ऐसे कहो रंगड़न को सो बुलाए, लेवो बदला अब तुम्हें। मस्से को जो भराए, ਕਹਿੰਦੇ ਉਹ ਸਾਹਮਣੇ ਖੜਾ ਜੇ ਨੱਥਾ ਚੌਧਰੀ ਤੀਰ ਚਲਾਉਣ ਦਿਆ, ਜਾ ਕੇ ਹੁਣ ਤੁਸੀਂ ਬਦਲਾ ਲੈਣਾ ਆਪਣੇ ਭਰਾ ਦਾ ਤੇ ਤੁਸੀਂ ਲਓ। ਹੁਣ ਭਰਾ ਤੁਹਾਡਾ ਮਰਿਆ, ਜੀਜਾ ਤੁਹਾਡਾ ਮਰਿਆ, ਮਰਦੇ ਅਸੀਂ ਫਿਰਦੇ ਆ, ਜਾਓ ਜਾ ਕੇ ਬਦਲਾ ਲਓ। ਤਬ ਫਿਰ ਰੰਗੜਨ ਹੰਗਲ ਹੱਲਾ ਕੀਆ, ਦੂਰ ਦੂਰ ਕਰ ਫੇਰਾ ਦੀਆ। ਜੱਟਨ ਕੀ ਕਿਛ ਲੱਗੇ ਨਾ ਵਾਹ, ਨਹਿ ਹਥਿਆਰ ਵੱਡ ਜੱਟਨ ਪਾਹ। ਕਹਿੰਦਾ ਬੇਸ਼ੱਕ ਰੰਗੜਾਂ ਨੇ ਆਲੇ ਦੁਆਲੇ ਤੋਂ ਘੇਰ ਕੇ ਜਿਹੜਾ ਸੀ ਹਮਲਾ ਤੇ ਕਰ ਦਿੱਤਾ, ਪਰ ਜੱਟਨ ਜਿਹੜਾ ਆਪਣਾ ਖਹਿਰਾ ਸੀਗਾ, ਨੱਥਾ ਖਹਿਰਾ ਜੱਟ, ਕਹਿੰਦਾ ਕਿ ਉਹਦੇ ਕੋਲ ਜ਼ਿਆਦਾ ਹਥਿਆਰ ਨਹੀਂ ਸੀ, ਪਰ ਉਹਦੇ ਬਾਵਜੂਦ ਵੀ ਉਹ ਮੁਕਾਬਲਾ ਕਰ ਰਿਹਾ ਸੀ। ਤੇ ਪੰਥ ਪ੍ਰਕਾਸ਼ ਦਾ ਲਿਖਾਰੀ ਲਿਖਦਾ, ਕਹਿੰਦਾ ਹਥਿਆਰ ਪਤਾ ਕਿੰਨੇ ਕੁ ਸੀ? ਇੱਕ ਪੈ ਬਰਸ਼ੀ, ਇੱਕ ਪੈ ਸੇਲਾ। ਸੇਲ ਕਿਹਾ ਜਾਂਦਾ ਸੇਲਾ ਨੇਜੇ ਨੂੰ। ਕਹਿੰਦਾ ਇੱਕ ਦੇ ਕੋਲ ਬਰਸ਼ੀ ਹੈ, ਉਹ ਸ਼ਾਇਦ ਉਹਦੇ ਬੇਟੇ ਦੇ ਕੋਲ, ਇੱਕ ਉਹਦਾ ਭਾਣਜਾ, ਉਹਦੇ ਕੋਲ ਇੱਕ ਸੇਲਾ ਹੈ। ਦੋਵੇਂ ਰੰਗੜਨ ਛਾਤੀ ਪੇਲ। ਕਹਿੰਦਾ ਵੀ ਜਦੋਂ ਉਹਨਾਂ ਦੇ ਲਾਗੇ ਰੰਗੜ ਆਉਂਦੇ ਤੇ ਛਾਤੀਆਂ ਦੇ ਵਿੱਚ ਬਰਸ਼ੇ ਤੇ ਮਾਰਦੇ, ਤੇ ਕਹਿੰਦਾ ਕਿ ਉਹਨਾਂ ਨੂੰ ਉੱਥੇ ਹੀ ਆਰ ਪਾਰ ਕਰਕੇ ਸੁੱਟ ਦਿੰਦੇ। ਹਾਥ ਕਾਮੇ ਕੇ ਚੰਡਾ ਭਾਰੀ, ਇੱਥੇ ਵੀ ਕਾਮੇ ਦੇ ਬਾਰੇ ਸ਼ਬਦ ਹੋਰ ਵਰਤਿਆ, ਮੈਂ ਉਹ ਸ਼ਬਦ ਨਹੀਂ ਵਰਤ ਰਿਹਾ। ਹਾਥ ਕਾਮੇ ਕੇ ਚੰਡਾ ਭਾਰੀ, ਕਹਿੰਦਾ ਕਿ ਜਿਹੜਾ ਉਹਦਾ ਨਾਲ ਕੰਮ ਕਰਨ ਵਾਲਾ ਸੀ ਕਾਮਾ, ਉਹਦੇ ਹੱਥ ਦੇ ਵਿੱਚ ਕਹਿੰਦਾ ਬੜੇ ਭਾਰਾ ਜਿਹੜਾ ਉਹ ਖੰਡਾ ਸੀ। ਮੱਸੇ ਭਾਈ ਸਿਰ ਲਿਓ ਕਾਰੀ, ਤੇ ਕਹਿੰਦਾ ਉਹਨੇ ਮੱਸੇ ਦੇ ਭਰਾ ਦੇ ਸਿਰ ਦੇ ਉੱਪਰ ਵਾਰ ਕੀਤਾ ਤੇ ਉਹ ਵੀ ਪਿੱਛੇ ਭੱਜ ਗਿਆ। ਹੱਥ ਤਲਵਾਰ ਬਰਵਾਲੇ, ਰਹੀ ਮਰਦਨ ਘੋੜਨ ਲਈ ਕਹੀ। ਕਹਿੰਦਾ ਕਿ ਜਿਹੜਾ ਉਹਦਾ ਦਰਬਾਨ ਸੀ ਬਰਵਾਲਾ, ਜਿਹੜਾ ਉਹਦੀ ਹਵੇਲੀ ਦੇ ਅੱਗੇ ਖੜਿਆ ਕਰਦਾ ਸੀ, ਕਹਿੰਦਾ ਉਹਦੇ ਕੋਲ ਤਲਵਾਰ ਸੀ, ਤੇ ਜਿਹੜਾ ਨੱਥਾ ਚੌਧਰੀ ਹੈ ਉਹਦੇ ਕਮਰਬੰਦ ਦੇ ਵਿੱਚ ਇੱਕ ਸ਼ਮਸ਼ੀਰ, ਤੇ ਉਹਦੇ ਕੋਲ ਕਮਾਨ ਤੇ ਉਹਦੇ ਤੀਰ। ਸੋ ਇਹ ਸਿਰਫ ਉਹਨਾਂ ਦੇ ਕੋਲ ਹਥਿਆਰ ਸੀ। ਤੇ ਲਾਹੌਰ ਦੀ ਆਈ ਜਿਹੜੀ ਫੌਜ ਹੈ ਉਹਦੇ ਨਾਲ ਮੁਕਾਬਲਾ ਕਰ ਰਹੇ ਨੇ ਕਿ ਆਪਣੇ ਦੋਸਤ ਦਾ ਜਿਹੜਾ ਪੁੱਤਰ ਹੈ ਉਹਨੂੰ ਹਕੂਮਤ ਦੇ ਜਿਹੜਾ ਉਹ ਹਵਾਲੇ ਨਹੀਂ ਕਰਨਾ। ਭਾਜ ਰੰਗੜ ਕਾ ਮੁਗਲਨ ਕਹੇ, ਹਮ ਤੇ ਜੱਟ ਮਰਨ ਤੇ ਰਹੇ। ਕਹਿੰਦਾ ਜਦੋਂ ਰੰਗੜ 2-4 ਮਾਰੇ ਗਏ ਤੇ ਉਸੇ ਵੇਲੇ ਜਾ ਕੇ ਮੁਗਲਾਂ ਨੂੰ ਕਹਿੰਦੇ ਜੱਟ ਸਾਡੇ ਕੋ ਨਹੀਂ ਜੀ ਮਰਨੇ। ਕਹਿੰਦਾ ਏਕੋ ਨੱਥਾ ਤੀਰ ਨ ਮਾਰੇ, ਜਿਸ ਤਨ ਲੱਗੇ ਪਹੁੰਚੇ ਹੋਏ ਪਾਰੇ। ਕਹਿੰਦਾ ਨੱਥਾ ਚੌਧਰੀ ਬੜਾ ਚੰਗਾ ਤੀਰਅੰਦਾਜ਼ ਸੀ। ਕਹਿੰਦਾ ਜਦੋਂ ਜਿਹਦੇ ਵੱਲ ਤੀਰ ਚਲਾਉਂਦਾ ਸੀ ਸਿੱਧਾ ਕਰਕੇ, ਕਹਿੰਦਾ ਉਹਦਾ ਹੀ ਪਾਰ ਉਤਾਰਾ ਕਰ ਦਿੰਦਾ ਸੀ, ਕਹਿੰਦਾ ਉਹਨੂੰ ਹੀ ਖਤਮ ਕਰ ਦਿੰਦਾ ਸੀ। ਮੁਗਲ ਕਹੇ ਤੁਮ ਮੱਸੇ ਭਾਈ, ਲੇਵੋ ਵੈਰ ਅਬ ਤੁਮ ਜਾਈ। ਕਹਿੰਦਾ ਰੰਗੜ ਕਹਿੰਦੇ ਕਿ ਸਾਡੇ ਕੋਲ ਨੱਥੇ ਚੌਧਰੀ ਦੇ ਨਾਲ ਲੜਿਆ ਨਹੀਂ ਜਾਣਾ, ਤੇ ਜਿਹੜੇ ਮੁਗਲ ਆ ਉਹ ਕਹਿੰਦੇ ਅਸੀਂ ਤੁਹਾਡੀ ਥਾਂ ਕਿਉਂ ਮਰੀਏ, ਅੱਗੋਂ ਨੱਥਾ ਚੌਧਰੀ ਤੀਰ ਚਲਾਉਣ ਦਿਆ, ਇੰਨਾ ਚੰਗਾ ਤੀਰਅੰਦਾਜ਼ ਆ। ਕਹਿੰਦਾ ਤੁਹਾਡੇ ਭਰਾ ਦੀ ਮੌਤ ਹੋਈ, ਬਦਲਾ ਤੁਸੀਂ ਲੈਣ ਆਏ ਹੋ, ਤੇ ਤੁਹਾਡੇ ਕਰਕੇ ਅਸੀਂ ਕਿਉਂ ਮਰੀਏ। ਉਹ ਆਪਸ ਦੇ ਵਿੱਚ ਹੀ, ਉਹ ਨੱਥੇ ਚੌਧਰੀ ਤੋਂ ਡਰਦੇ ਆਪਸ ਦੇ ਵਿੱਚ ਹੀ ਖਲਾਰਾ ਪਾ ਕੇ ਬਹਿ ਗਏ। ਕਹਾ ਤੁਮਨੇ ਹਮਸੇ ਨਹੀਂ ਸਿਪਾਈ, ਕਿਮ ਤੁਮ ਉਮਰੀ ਓਟ ਤਕਾਈ। ਹਰ ਭਗਤ ਨਰੰਜਣੀਏ ਪੇ ਜਾਹੋ, ਜੱਟ ਰੰਗਣ ਦੋਹੇ ਵੱਲ ਤੇ ਪਾਹੋ। ਸੁਨ ਹਰ ਭਗਤ ਸੋ ਐਸੀ ਕਈ, ਹਮ ਤੇ ਵੀ ਜੱਟ ਮਰਤੇ ਨਹੀਂ। ਮਾਰੇ ਨੱਥਾ ਜਿਨ ਤੁਮ ਕਾਨੀ, ਮੰਗੇ ਨਾਹੀ ਵਹਿ ਮੁੱਖ ਤੇ ਪਾਣੀ। ਕਹਿੰਦਾ ਵਾਕਿਆ, ਕਹਿੰਦਾ ਹਰੀ ਭਗਤ ਨਰੰਜਣੀਆਂ ਵੀ ਕਹਿੰਦਾ ਇਹਨੂੰ ਮਾਰਨਾ ਬੜਾ ਔਖਾ ਹੈ। ਕਹਿੰਦਾ ਬੇਸ਼ੱਕ ਇਹ ਸਿਪਾਹੀ ਤਾਂ ਨਹੀਂ ਹੈਗਾ, ਪਰ ਕਹਿੰਦਾ ਵੀ ਜਦੋਂ ਆਪਣੇ ਕਮਾਨ ਦੇ ਵਿੱਚੋਂ ਤੀਰ ਛੱਡਦਾ ਹੈ ਤੇ ਜਿਹਨੂੰ ਉਹ ਤੀਰ ਜਾ ਕੇ ਲੱਗਦਾ ਹੈ ਨਾ, ਤੇ ਕਹਿੰਦਾ ਵੀ ਜਦੋਂ ਜਿਹਦੇ ਤਨ ਦੇ ਵਿੱਚੋਂ ਕਾਨੀ ਲੱਗਦੀ ਹੈ, ਕਹਿੰਦਾ ਵੀ ਉਹ ਦੁਬਾਰਾ ਮੁੜ ਕੇ ਪਾਣੀ ਨਹੀਂ ਮੰਗਦਾ। ਹਥਿਆਰ ਫੇਟਣ ਤੇ ਸੋ ਨਹਿ ਮਰੇ, ਮਾਰੇ ਗੋਲਨ ਡਰੇ ਭਾਰੇ ਡਰੇ। ਕਹਿੰਦਾ ਕਿ ਉਹਦੇ ਨੇੜੇ ਜਾ ਕੇ ਤੇ ਮੁਕਾਬਲਾ ਕੀਤਾ ਹੀ ਨਹੀਂ ਜਾ ਸਕਦਾ। ਇਹ ਹਰ ਭਗਤ ਨਰੰਜਣੀਆ ਜਿਹੜਾ ਉਹ ਸਲਾਹ ਦਿੰਦਾ ਹੈ, ਕਹਿੰਦਾ ਕਿ ਉਹਦੇ ਨੇੜੇ ਜਾ ਕੇ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਉਹ ਕਮਾਨੀ ਵੱਡੋ ਕਹਾਵੈ, ਤੀਰ ਰਾਮ ਤੀਰਥ ਪਾਰ ਪਹੁੰਚਾਵੇ। ਕਹਿੰਦਾ ਉਹ ਬਹੁਤ ਵੱਡਾ ਤੀਰਅੰਦਾਜ਼ ਹੈ, ਤੁਸੀਂ ਉਹਦੇ ਨੇੜੇ ਜਾ ਕੇ ਨਹੀਂ ਲੜ ਸਕਦੇ ਕਿ ਜੇ ਤੁਸੀਂ ਕਹੋ ਕਿ ਉਹਨੂੰ ਤਲਵਾਰ ਦੇ ਨਾਲ, ਖੰਡੇ ਦੇ ਨਾਲ, ਜਾਂ ਤੁਸੀਂ ਬਰਸ਼ੇ ਦੇ ਨਾਲ ਪਰੋ ਲਓਗੇ। ਕਹਿੰਦਾ ਉਹ ਤੇ ਇੰਨਾ ਵੱਡਾ ਤੀਰਅੰਦਾਜ਼ ਹੈ, ਉਹਦੇ ਬਾਰੇ ਤਾਂ ਮਸ਼ਹੂਰੀ ਹੈ ਕਿ ਉਹ ਮੀਰਾਂਕੋਟ ਤੋਂ ਤੀਰ ਚਲਾਵੇ ਤੇ ਤੀਰ ਰਾਮ ਤੀਰਥ ਪਾਰ ਕਰ ਜਾਂਦਾ। ਉਹ ਕਮਾਨੀ ਵੱਡੋ ਕਹਾਵੈ, ਤੀਰ ਰਾਮ ਤੀਰਥ ਪਾਰ ਪਹੁੰਚਾਵੇ। ਕਹਿੰਦਾ ਉਹ ਰਾਮ ਤੀਰਥ ਤੋਂ ਪਾਰ ਤੀਰ ਪਹੁੰਚਾ ਜਾਂਦਾ ਜਿਹੜਾ ਆਪਣੇ ਕਮਾਨ 'ਚੋਂ ਚਲਾਉਂਦਾ। ਕਹਿੰਦਾ ਤੁਸੀਂ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਨੱਥੇ ਚੌਧਰੀ ਦਾ। ਹਰ ਭਗਤ ਕਹੀ ਸੋਈ ਕਰੀ, ਮੁਗਲਨ ਕਹੀ ਚਫੇਰ। ਦੋਏ ਚਫੇਰੇ ਪਾਸਣਾ ਲੈ ਚ ਤਰਫੇ ਘੇਰ।
नत्थे मन मैं जान्यो अब मरने शक ना कोए मारन आए मारिए क्या राणा क्या राय। ਕਹਿੰਦਾ ਕਿ ਉਸ ਤੋਂ ਬਾਅਦ ਹਰੀ ਭਗਤ ਨੰਜਨ ਨੇ ਕਿਹਾ ਕਿ ਸਾਰੇ ਪਾਸੇ ਤੋਂ ਘੇਰਾ ਪਾ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਓ, ਤੁਸੀਂ ਇਸ ਨੂੰ ਨੇੜੇ ਜਾ ਕੇ ਨਹੀਂ ਮਾਰ ਸਕਦੇ। ਤੇ ਕਹਿੰਦਾ ਜਦੋਂ ਨੱਥੇ ਚੌਧਰੀ ਨੇ ਵੇਖਿਆ ਕਿ ਸਾਰੇ ਪਾਸੇ ਤੋਂ ਘੇਰਾ ਪੈ ਗਿਆ ਤੇ ਉਹਨੇ ਕਿਹਾ ਕਿ ਹੁਣ ਬਚਣਾ ਤਾਂ ਬਹੁਤ ਔਖਾ ਹੈ। ਪਰ ਕਹਿੰਦਾ ਫਿਰ ਕੀ ਹੋਇਆ, ਜਿਹੜੇ ਸੂਰਮੇ ਹੁੰਦੇ ਨੇ ਮੈਦਾਨੇ ਜੰਗ ਦੇ ਵਿੱਚ ਲੜ ਕੇ ਮਰਦੇ ਹੁੰਦੇ ਨੇ, ਤੇ ਜਦੋਂ ਹੁਣ ਉਹ ਮਾਰ ਨਹੀਂ ਆ ਗਏ ਆ ਤੇ ਕਹਿੰਦਾ ਮੌਤ ਤੋਂ ਨਾ ਕੋਈ ਰਾਣਾ ਬਚਿਆ ਤੇ ਨਾ ਕੋਈ ਰੰਕ ਬਚਿਆ, ਨਾ ਕੋਈ ਗਰੀਬ ਬਚਿਆ, ਨਾ ਕੋਈ ਅਮੀਰ ਬਚਿਆ। ਤੇ ਹੁਣ ਫੈਸਲਾ ਤਾਂ ਇਹੀ ਕਰਨਾ ਚਾਹੀਦਾ ਕਿ ਯੁਰਤ ਨਾਲ ਮੈਦਾਨੇ ਜੰਗ ਦੇ ਵਿੱਚ ਲੜ ਕੇ ਮਰਨਾ ਚਾਹੀਦਾ। ਨੱਥੇ ਤੀਰ ਜਹੇ ਤਨ ਲਾਇਆ ਸੋ ਲਗ ਦੂਸਰ ਉਹ ਸਦਾਇਆ। ਕਹਿੰਦਾ ਪਰ ਫਿਰ ਜਦੋਂ ਨੇ ਤੀਰ ਚਲਾਉਣੇ ਸ਼ੁਰੂ ਕੀਤੇ ਨਾ, ਕਹਿੰਦਾ ਜਿਹਨੂੰ ਜਾ ਕੇ ਤੀਰ ਵੱਜਦਾ ਸੀ ਉਹ ਦੁਬਾਰਾ ਮੁੜ ਕੇ ਉੱਠਣ ਜੋਗਾ ਨਹੀਂ ਸੀ ਰਹਿੰਦਾ। ਤਬ ਫਿਰ ਹੋਣਹਾਰ ਜਿਉਂ ਪਈ ਉੱਤਰ ਕਮਾਨ ਉਸ ਚੱਲਿਓ ਗਈ। ਕਹਿੰਦਾ ਫਿਰ ਜਿਵੇਂ ਹੋਣੀ ਨੇ ਲਿਖਿਆ ਸੀਗਾ ਕਿ ਤੀਰ ਚਲਾਉਣ ਦੇ ਵਾਸਤੇ ਜਦੋਂ ਉਸਨੇ ਕਮਾਨ ਦੀ ਤੰਦੀ ਖਿੱਚੀ ਨਾ ਤੇ ਉਹ ਜਿਹੜੀ ਆ ਚਿੱਲੇ ਤੋਂ ਉਤਰ ਗਈ। ਕੁਝ ਸਾਡੇ ਇਤਿਹਾਸਕ ਸਰੋਤ ਕਹਿੰਦੇ ਨੇ ਕਿ ਤੰਦੀ ਤੀਰ ਹੀ ਇੰਨੇ ਚਲਾਏ ਉਹ ਤੰਦੀ ਟੁੱਟ ਗਈ, ਜਾਂ ਕਹਿ ਸਕਦੇ ਹੋ ਕਿ ਜਿਹੜੀ ਉਹ ਕਮਾਨ ਦਾ ਜਿਹੜਾ ਚਿੱਲਾ ਸੀ ਉਹ ਉਤਰ ਗਿਆ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਉਹ ਤੀਰ ਚਲਾਉਣੇ ਉਸਨੇ ਬੰਦ ਕਰ ਦਿੱਤੇ, ਕਿਉਂਕਿ ਕਮਾਨ ਜਿਹੜਾ ਸੀ ਉਹ ਤੰਦੀ ਟੁੱਟ ਗਈ। ਕਮਾਨ ਜਮੀ ਪੇ ਨੱਥੇ ਮਾਰੀ ਫਿਰ ਕੱਢ ਹਾਥ ਸ਼ਮਸ਼ੇਰ ਸੁਧਾਰੀ ਜਿਸ ਤਨ ਲਾਵੇ ਕਰਕੇ ਦੌੜ ਗਿਰੇ ਤੁਰਕ ਫਿਰ ਹੋਵੇ ਚੌੜ। ਕਹਿੰਦਾ ਫਿਰ ਉਸਨੇ ਆਪਣੀ ਕਮਾਨ ਨੂੰ ਤੇ ਜ਼ਮੀਨ ਤੇ ਸੁੱਟ ਦਿੱਤਾ ਤੇ ਕਹਿੰਦਾ ਆਪਣੇ ਕਮਰਬੰਦ ਦੇ ਵਿੱਚ ਕਹਿੰਦਾ ਜਿਹੜੀ ਮਿਆਨ ਦੇ ਵਿੱਚ ਸ਼ਮਸ਼ੀਰ ਸੀ ਉਸ ਨੂੰ ਕੱਢ ਲਿਆ ਤੇ ਕਹਿੰਦਾ ਪਿੱਛੇ ਦੌੜ ਦੌੜ ਕੇ ਉਸਨੇ ਫਿਰ ਤੁਰਕਾਂ ਦੇ ਉੱਪਰ ਵਾਰ ਕਰਨੇ ਸ਼ੁਰੂ ਕਰ ਦਿੱਤੇ। ਕਹਿੰਦਾ ਕਿ ਜਿਹਦੇ ਪਿੱਛੇ ਦੌੜ ਕੇ ਵਾਰ ਕਰਦਾ ਸੀ ਉਹਦਾ ਝੁੱਗਾ ਚੌੜ ਕਰ ਦਿੰਦਾ ਸੀ। ਜਿਸ ਤਨ ਲਾਵੇ ਕਰਕੇ ਦੌੜ ਗਿਰੇ ਤੁਰਕ ਤਿਸ ਹੋਵੇ ਚੌੜ। ਕਹਿੰਦਾ ਕਿ ਜਿਹਨੂੰ ਵੀ ਉਹ ਦੌੜ ਕੇ ਪਿੱਛੇ ਵਾਰ ਕਰਦਾ ਸੀ ਉਹਨੂੰ ਜ਼ਮੀਨ ਤੇ ਸੁੱਟ ਦਿੰਦਾ ਸੀ। ਓਏ ਬੰਦੂਕਨ ਤੇ ਹਨੇ ਦੋਹਾਂ ਦੂਰ ਤੇ ਦਾਗ ਇਨ ਪੇ ਛੋਟੇ ਹਥਿਆਰ ਥੇ ਪਹੁੰਚੇ ਨਾ ਤਨ ਲਾਗ ਮਾਰ ਬੰਦੂਕਨ ਤੇ ਲਏ ਘੋੜਨ ਦੀਏ ਮਧਾਏ ਨੱਥਾ ਭਾਣਜਾ ਇੱਕ ਬਚਿਓ ਔਰ ਬਚਿਓ ਸਿੰਘ ਰਾਏ। ਕਹਿੰਦਾ ਉਹਦੇ ਤੋਂ ਬਾਅਦ ਉਹਨਾਂ ਨੇ ਸਾਰੇ ਪਾਸੇ ਤੋਂ ਜਿਹੜੀਆਂ ਬੰਦੂਕਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਘੋੜੇ ਜਿਹੜੇ ਸੀ ਉਹ ਨੇੜੇ ਲੈ ਆਂਦੇ। ਇਹਨਾਂ ਦੇ ਕੋਲ ਜਿਹੜੇ ਦੂਰੋਂ ਚਲਾਉਣ ਵਾਲਾ ਇੱਕ ਹੀ ਤੀਰ ਕਮਾਨ ਸੀ ਉਹ ਖਤਮ ਹੋ ਚੁੱਕਾ ਸੀ, ਤੰਦੀ ਟੁੱਟ ਚੁੱਕੀ ਸੀ। ਕਹਿੰਦਾ ਸਾਰੇ ਪਾਸੇ ਤੋਂ ਜਦੋਂ ਬੰਦੂਕਾਂ ਦੀਆਂ ਗੋਲੀਆਂ ਚੱਲਣੀਆਂ ਸ਼ੁਰੂ ਹੋਈਆਂ ਤੇ ਨੱਥਾ ਚੌਧਰੀ ਜਿਹੜਾ ਸੀ ਉਹ ਤੇ ਉਹਦੇ ਸਾਥੀਆਂ ਨੂੰ ਗੋਲੀਆਂ ਲੱਗੀਆਂ। ਉਹਨਾਂ ਨੂੰ ਘੋੜਿਆਂ ਦੇ ਥੱਲੇ ਜਿਹੜਾ ਸੀ ਮਧੋਲਣਾ ਸ਼ੁਰੂ ਕਰ ਦਿੱਤਾ। ਕਹਿੰਦਾ ਕਿ ਇਸ ਸਾਰੇ ਦੇ ਵਿੱਚ ਨੱਥਾ ਚੌਧਰੀ ਵੀ ਹਕੂਮਤ ਦੇ ਨਾਲ ਲੜਦਾ ਸ਼ਹੀਦ ਹੋ ਗਿਆ, ਉਹਦਾ ਪੁੱਤਰ ਸ਼ਹੀਦ ਹੋ ਗਿਆ, ਉਹਦਾ ਦਰਬਾਨ ਸ਼ਹੀਦ ਹੋ ਗਿਆ, ਉਹਦਾ ਕਾਮਾ ਸ਼ਹੀਦ ਹੋ ਗਿਆ। ਤੇ ਕਹਿੰਦਾ ਜਿਹੜਾ ਉਹਦਾ ਭਾਣਜਾ ਸੀ ਉਹ ਮੈਦਾਨੇ ਜੰਗ ਦੇ ਵਿੱਚ ਸਹਿਕਦਾ ਪਿਆ ਸੀ। ਤੇ ਜਿਹੜਾ ਰਾਏ ਸਿੰਘ ਸੀ ਨਾ ਉਹਦੇ ਬਾਰੇ ਫਿਰ ਰਤਨ ਸਿੰਘ ਭੰਗੂ ਕਹਿੰਦਾ ਵੀ ਹੁਣ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਬਾਪ ਦੇ ਨਾਲ ਕੀ ਵਾਪਰਿਆ, ਮੇਰੇ ਬਾਪ ਦੇ ਨਾਲ ਕੀ ਹੋਇਆ। ਆਬ ਹਮ ਬਾਤ ਪਿਤਾ ਕੀ ਆਈ ਜਿਮ ਕਰ ਤਿਸ ਕੀ ਜਾਨ ਬਚਾਈ। ਕਹਿੰਦਾ ਹੁਣ ਮੈਂ ਤੁਹਾਨੂੰ ਆਪਣੇ ਬਾਪ ਦੇ ਬਾਰੇ ਦੱਸਦਾ ਕਿ ਮੇਰੇ ਬਾਪ ਦੀ ਜਾਨ ਕਿਵੇਂ ਬਚੀ। ਜਬ ਨੱਥੇ ਪਰ ਘੇਰਾ ਪਰਿਓ ਮਾਰ ਬੰਦੂਕਨ ਰੌਲਾ ਕਰਿਓ। ਕਹਿੰਦਾ ਜਦੋਂ ਘੇਰਾ ਪੈ ਗਿਆ ਤੇ ਬੰਦੂਕਾਂ ਦੇ ਜਿਹੜੇ ਫਾਇਰ ਹੋਣੇ ਸ਼ੁਰੂ ਹੋ ਗਏ ਤੇ ਉਹਨਾਂ ਬੰਦੂਕਾਂ ਦੇ ਨਾਲ ਕਹਿੰਦਾ ਜਦੋਂ ਆਵਾਜ਼ ਆਉਂਦੀ ਸੀ, ਬਾਲਕ ਛੋਟਾ ਸੀ, ਕਹਿੰਦਾ ਕਿ ਉਹ ਨੱਠ ਨੱਠ ਕੇ ਨੱਥੇ ਚੌਧਰੀ ਦੀਆਂ ਲੱਤਾਂ ਨੂੰ ਚੰਬੜਦਾ ਸੀ। ਬਾਲਕ ਨੱਠ ਨੱਠ ਚਰਨਨ ਵੜੇ। ਉਹਨਾਂ ਦੀਆਂ ਜਿਹੜੇ ਲੜ ਰਹੇ ਸੀਗੇ ਨੱਥਾ ਚੌਧਰੀ, ਉਹਦਾ ਬੇਟਾ, ਉਹਦਾ ਭਾਣਜਾ, ਉਹਦਾ ਨੌਕਰ, ਉਹਦਾ ਦਰਬਾਰ, ਕਹਿੰਦਾ ਉਹਨਾਂ ਦੀਆਂ ਲੱਤਾਂ ਦੇ ਵਿੱਚ ਲੁਕਦਾ ਸੀ। ਬੱਚਾ ਬਹੁਤ ਛੋਟਾ ਸੀ। ਵੇ ਨੱਠ ਆਗੇ ਪਿੱਛੇ ਹੋ ਰਹੀ ਤੇ ਸੰਗ ਪੂਜੇ ਨਾ ਬਾਲਕ ਦੌਰੇ। ਕਹਿੰਦਾ ਪਰ ਉਹਨਾਂ ਨੂੰ ਲੜਦਿਆਂ ਬਹੁਤ ਅੱਗੇ ਪਿੱਛੇ ਹੋਣਾ ਪੈਂਦਾ ਸੀ ਤੇ ਬਾਲਕ ਜਿਹੜਾ ਸੀਗਾ ਉਹ ਕਦੀ ਡਿੱਗ ਪੈਂਦਾ ਸੀਗਾ। ਗਿਰਿਓ ਬਾਲ ਤਿੰਨ ਪੱਗ ਕੇ ਝਾਗ ਨਹਿ ਪਹੁੰਚੇ ਤੇ ਦੌੜ ਨਾ ਲਾਗ। ਤੇ ਕਹਿੰਦਾ ਉਹ ਵਿਚਾਰਾ ਕਿੰਨਾ ਕੁ ਚਿਰ ਲੁਕਦਾ। ਕਹਿੰਦਾ ਆਸੇ ਪਾਸੇ ਤੋਂ ਬੰਦੂਕਾਂ ਚੱਲ ਰਹੀਆਂ ਸੀ, ਆਵਾਜ਼ ਬੰਦੂਕਨ ਕੀ ਸੋ ਡਰੇ ਝਾੜਨ ਝੁੰਡ ਵਿੱਚ ਕੰਟਨ ਵੜੇ। ਤੇ ਕਹਿੰਦਾ ਵੀ ਅਖੀਰ ਫਿਰ ਨਾ ਉਹ ਝਾੜੀਆਂ ਦੇ ਝੁੰਡ ਦੇ ਵਿੱਚ, ਕੰਡਿਆਂ ਵਾਲੇ ਝੁੰਡ ਦੇ ਵਿੱਚ ਡਿੱਗ ਪਿਆ ਜਦੋਂ ਸਾਰੇ ਪਾਸੇ ਤੋਂ ਬੰਦੂਕਾਂ ਦੇ ਨਾਲ ਗੋਲੀਆਂ ਮਾਰ ਮਾਰ ਕੇ ਨੱਥਾ ਚੌਧਰੀ ਤੇ ਉਸਦੇ ਜਿਹੜੇ ਸਾਥੀ ਸੀ ਉਹ ਸ਼ਹੀਦ ਕਰ ਦਿੱਤੇ ਗਏ। ਭਾਣਜਾ ਉਹਦਾ ਮੈਦਾਨੇ ਜੰਗ ਦੇ ਵਿੱਚ ਜ਼ਖਮੀ ਪਿਆ ਸੀ। ਉਹਦੇ ਬਾਰੇ ਇਤਿਹਾਸਕ ਸਰੋਤਾਂ ਦੇ ਵਿੱਚ ਬਹੁਤਾ ਜ਼ਿਕਰ ਨਹੀਂ ਮਿਲਦਾ ਕਿ ਉੱਥੇ ਸਹਿਕਦਾ ਸ਼ਹੀਦ ਹੋ ਗਿਆ ਜਾਂ ਫਿਰ ਉਸਦੀ ਜਾਨ ਬਚੀ, ਪਰ ਮੇਰੇ ਖਿਆਲ ਦੇ ਨਾਲ ਉਸਦੀ ਜਿਹੜੀ ਸ਼ਹਾਦਤ ਹੈ ਹੋ ਗਈ ਹੋਵੇਗੀ। ਫਿਰ ਕਹਿੰਦਾ ਕਿ ਜਦੋਂ ਝਾੜੀਆਂ 'ਚ ਡਿੱਗਾ ਪਿਆ ਸੀ ਤੇ ਉੱਥੇ ਜਿਹੜੇ ਫੌਜੀ ਸੀਗੇ ਜਿਹੜੇ ਹਕੂਮਤ ਦੇ ਉਹਨਾਂ ਨੇ ਆਪਣੇ ਜਿਹੜੇ ਘੋੜੇ ਵਾਰ ਦਿੱਤੇ
ਬਾਲਕ ਪੈਰਨ ਸੇ ਫੜੋ, ਘੋੜੇ ਉੱਪਰ ਚੜਾਏ, ਗਿਰੇ ਉੱਠੇ ਨਟੇ ਲੁਕੇ, ਬਚਤ ਕਿਸੇ ਨਾ ਥਾਏ। ਕਹਿੰਦਾ ਕਿ ਉਸ ਤੋਂ ਬਾਅਦ ਉਹ ਘੋੜੇ ਜਿਹੜੇ ਸੀ ਉੱਥੇ ਵਾੜ ਦਿੱਤੇ ਜਿੱਥੇ ਬਾਲਕ ਡਿੱਗਾ ਪਿਆ ਸੀ। ਤਬ ਬਾਲਕ ਕੋ ਭਈ ਖੁਆਰੀ, ਬਾਲਕ ਲਾਗੇ ਜਾਨ ਪਿਆਰੀ। ਕਹਿੰਦਾ ਹੁਣ ਸਾਰੇ ਪਾਸੇ ਤੋਂ ਜਿਹੜੇ ਘੋੜੇ ਸੀਗੇ ਉਹਦੇ ਉੱਪਰ ਪੈਰ ਮਾਰ ਰਹੇ ਸੀ, ਉਹਨੂੰ ਥੱਲੇ ਮਧੋਲਿਆ ਜਾ ਰਿਹਾ ਸੀ। ਬੱਚਾ ਚੀਕਾਂ ਮਾਰ ਰਿਹਾ ਸੀ ਕਿ ਬੱਚੇ ਨੂੰ ਜਾਨ ਪਿਆਰੀ ਸੀ। ਜਬ ਘੋੜਨ ਕੀ ਫੇਟਨ ਗੇਰਾ, ਗਰਦਨ ਪਰ ਮਾਰੀ ਸ਼ਮਸ਼ੇਰਾ। ਕਹਿੰਦਾ ਜਦੋਂ ਉਹ ਘੋੜਿਆਂ ਦੇ ਵਿੱਚ ਮਧੋਲਿਆ ਹੋਇਆ ਥੱਲੇ ਡਿੱਗ ਪਿਆ ਤਾਂ ਇੱਕ ਸਿਪਾਹੀ ਨੇ ਉਹਦੀ ਗਰਦਨ ਦੇ ਉੱਪਰ ਵਾਰ ਕੀਤਾ। ਗਰਦਨ ਕੱਟ ਕੇ ਘੰਡੀ ਰਹਾਈ। ਕਹਿੰਦਾ ਗਰਦਨ ਦੇ ਉੱਪਰ ਵਾਰ ਹੋਇਆ ਪਰ ਜਿਹੜੀ ਸਾਹ ਰਗ ਜਿਹੜੀ ਸੀਗੀ ਨਾ ਉਹ ਬਚ ਗਈ। ਗਲ ਪਰ ਦੂਜੀ ਵਾਰ ਚਲਾਈ। ਕਹਿੰਦਾ ਫਿਰ ਉਹਨੇ ਦੂਜੀ ਵਾਰ ਕੀਤਾ ਤੇ ਉਹ ਜਿਹੜਾ ਵਾਰ ਸੀ ਨਾ ਕੱਟ ਗਈ ਹੰਸਲੀ, ਆ ਜਿਹੜੀ ਮੋਢੇ ਦੀ ਹੰਡੀ ਹੁੰਦੀ ਆ ਮੋਢੇ ਤਾਈਂ। ਕਹਿੰਦਾ ਕਿ ਉਹ ਇਹ ਪਾਸਾ ਚੀਰਿਆ ਗਿਆ। ਤੀਜੀ ਸਿਰ ਪਰ ਫੇਰ ਲਗਾਈ। ਕਹਿੰਦਾ ਕਿ ਉਹ ਤੀਜੀ ਫਿਰ ਸਿਰ ਤੇ ਵਾਰ ਕੀਤਾ ਪਰ ਉਹ ਵੀ ਉਹਦਾ ਸਿਰ ਬਚ ਗਿਆ ਤੇ ਉਹ ਮੋਢੇ ਤੋਂ ਕੱਟ ਕੇ ਜਿਹੜੀ ਵਾਰ ਸੀ ਉਹ ਜ਼ਮੀਨ ਤੇ ਧੱਸ ਗਿਆ। ਇਮ ਕਰ ਸ਼ਾਹ ਰਾਗ ਭਈ ਬਚਾਈ। ਕਹਿੰਦਾ ਫਿਰ ਉਹਦੀ ਜਿਹੜੀ ਸ਼ਾਹ ਰਾਗ ਸੀ ਨਾ ਉਹ ਬਚ ਗਈ। ਉਨ ਜਾਣਿਓ ਬਾਲਕ ਮਰ ਗਇਓ। ਕਹਿੰਦਾ ਨੱਥਾ ਮਾਰਿਆ ਗਿਆ, ਨੱਥੇ ਦਾ ਪੁੱਤ ਮਾਰਿਆ ਗਿਆ। ਭਣੇਵਾ ਜ਼ਖਮੀ ਸੀ ਉਹ ਸ਼ਹੀਦ ਹੋ ਗਿਆ, ਨੌਕਰ ਸ਼ਹੀਦ ਹੋ ਗਿਆ, ਉਹਦਾ ਦਰਬਾਨ ਸ਼ਹੀਦ ਹੋ ਗਿਆ। ਤੇ ਕਹਿੰਦਾ ਉਹਨਾਂ ਨੇ ਸੋਚਿਆ ਕਿ ਹੁਣ ਜਿਹੜਾ ਮਹਿਤਾਬ ਸਿੰਘ ਮੀਰਾਂਕੋਟ ਦਾ ਪੁੱਤ ਹੈ ਛੋਟਾ ਜਿਹਾ, ਇਹ ਵੀ ਮਰ ਗਿਆ। ਮਾਰ ਕੂਟ ਕੇ ਸੋ ਗਏ, ਜੀਵਤ ਜਾਣਿਓ ਨਹੀਂ। ਉਹਨਾਂ ਨੇ ਸੋਚਿਆ ਕਿ ਹੁਣ ਇਹ ਮਰ ਗਿਆ। ਉਹ ਸੋਚ ਚਲੇ ਗਏ ਵੀ ਇਹ ਹੁਣ ਕਿੱਥੇ ਬਚ ਸਕਦਾ ਹੈ। ਇੱਕ ਸਾਂਗ ਕਪੋਇਨ ਵੇਚ ਕੇ ਤੈਂ ਠਾਂ ਪਹੁੰਚੀ ਆਏ। ਲਾਗੇ ਕੰਬੋ ਪਿੰਡ ਹੈ, ਉੱਥੋਂ ਦੀ ਰਹਿਣ ਵਾਲੀ ਇੱਕ ਕੰਬੋਜ ਬਰਾਦਰੀ ਦੀ ਬੀਬੀ ਜਿਹੜੀ ਸੀ ਉਹ ਸਾਗ ਵੇਚ ਕੇ ਆ ਰਹੀ ਸੀ ਤੇ ਉਹਨੇ ਵੇਖਿਆ ਕਿ ਇੱਕ ਬੱਚਾ ਜਿਹੜਾ ਸਹਿਕ ਰਿਹਾ ਤੇ ਉਹ ਜਿਹੜੀ ਸਾਗ ਵਾਲੀ ਖਾਲੀ ਟੋਕਰੀ ਸਾਗ ਵੇਚ ਕੇ ਤੇ ਖਾਲੀ ਕਰਕੇ ਟੋਕਰੀ ਲਿਆ ਰਹੀ ਸੀ, ਬੱਚੇ ਨੂੰ ਉਹਦੇ ਵਿੱਚ ਰੱਖ ਲਿਆ। ਮਾਲਕ ਬਾਲਕ ਜੀਵਤ ਜਾਣਿਓ, ਮਦ ਟੋਕਰੀ ਪਰ ਘਰ ਆਨਿਓ। ਕਹਿੰਦਾ ਵੀ ਉਸ ਔਰਤ ਨੇ ਮਹਿਸੂਸ ਕੀਤਾ ਕਿ ਬੱਚੇ ਦੇ ਜੇ ਸਾਹ ਚੱਲ ਰਹੇ ਨੇ। ਉਹਨੇ ਆਪਣੀ ਸਾਗ ਵਾਲੀ ਖਾਲੀ ਟੋਕਰੀ ਦੇ ਵਿੱਚ ਉਸ ਬੱਚੇ ਨੂੰ ਰੱਖ ਲਿਆ। ਪਿਤਾ ਹਮਾਰੇ ਕਾਥਾ ਭਾਈ, ਸੁਣ ਰਿਆਲੇ ਮੈਂ ਲੈ ਆਈ। ਕਹਿੰਦਾ ਮੇਰੇ ਪਿਤਾ ਦਾ ਇੱਕ ਭਰਾ, ਇਹ ਰਤਨ ਸਿੰਘ ਭੰਗੂ ਕਹਿ ਰਹੇ ਨੇ ਕਿ ਰੁਡਿਆਲੇ ਪਿੰਡ ਦੇ ਵਿੱਚ ਮੇਰੇ ਪਿਤਾ ਦਾ ਇੱਕ ਭਰਾ ਜਾਂ ਦੋਸਤ ਜਿਹੜਾ ਉਹ ਰਿਹਾ ਕਰਦਾ ਸੀਗਾ ਤੇ ਉਹ ਜਿਹੜੀ ਬੀਬੀ ਸੀ ਆਲੇ ਦੁਆਲੇ ਜਿਹੜੀ ਸੀਗੀ ਇਹ ਖਬਰ ਫੈਲ ਚੁੱਕੀ ਸੀ ਕਿ ਮਹਿਤਾਬ ਸਿੰਘ ਮੀਰਾਂਕੋਟ ਦਾ ਪੁੱਤਰ ਜਿਹੜਾ ਹੈ ਉਹਦੇ ਕਰਕੇ ਨੱਥੇ ਚੌਧਰੀ ਤੇ ਉਸਦੇ ਬੇਟੇ ਤੇ ਉਸਦੇ ਭਣੇਵੇਂ ਤੇ ਉਸਦੇ ਨਾਲ ਸਾਥੀਆਂ ਦੀ ਜਾਨ ਗਈ ਹੈ। ਕਹਿੰਦੀ ਉਹ ਕਿਸੇ ਤਰ੍ਹਾਂ ਪੁੱਛਦੀ ਪਛਾਉਂਦੀ ਜਿਹੜੀ ਉੱਥੇ ਲੈ ਗਈ। ਜ਼ਖਮ ਸਮਾਏ ਮੋਚੀ ਆਨ, ਇਸ ਬਿਦ ਪਿਤਾ ਹਮਾਰੇ ਬੱਚੇ ਪ੍ਰਾਣ, ਐਸੀ ਬਿਦ ਸਾਖੀ ਜੇ ਭਈ ਗੁਰ ਕਿਰਪਾ ਤੇ ਪੂਰਨ ਭਈ। ਸੋ ਇਹ ਗੱਲ ਰਤਨ ਸਿੰਘ ਭੰਗੂ ਲਿਖਦੇ ਨੇ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਸਿਆਣੇ ਮੋਚੀ ਹੁੰਦੇ ਸੀ ਉਹ ਜਰਾਹ ਦਾ ਕੰਮ ਵੀ ਕਰਦੇ ਸੀ ਜਿਸ ਤਰ੍ਹਾਂ ਅੱਜ ਕੱਲ੍ਹ ਸਰਜਣ ਹੁੰਦੇ ਨੇ। ਤੇ ਕਹਿੰਦਾ ਮੇਰੇ ਬਾਪ ਦੇ ਮੋਢੇ ਦੇ ਉੱਪਰ ਤੇ ਜਿਹੜਾ ਧੌਣ ਦੇ ਲਾਗੇ ਵਾਰ ਕੀਤਾ ਸੀ ਉਹ ਉਸਨੇ ਆ ਕੇ ਸਿਉਂ ਦਿੱਤਾ ਤੇ ਮੇਰੇ ਬਾਪ ਸਰਦਾਰ ਰਾਏ ਸਿੰਘ ਦੀ ਜਿਹੜੀ ਜਾਨ ਬਚ ਗਈ। ਤੇ ਇਹ ਸਾਰੀ ਕਥਾ ਜਿਹੜੀ ਹੈ ਉਹ ਰਾਏ ਸਿੰਘ ਨੇ ਆਪਣੇ ਪੁੱਤਰ ਰਤਨ ਸਿੰਘ ਭੰਗੂ ਨੂੰ ਸੁਣਾਈ, ਜਿਨ੍ਹਾਂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਲਿਖੀ। ਹੁਣ ਗੱਲ ਇਹ ਹੈ ਕਿ ਇੱਥੇ ਤੁਸੀਂ ਨੱਥਾ ਚੌਧਰੀ ਜਿਹੜਾ ਉਹਦਾ ਸਮਰਪਣ, ਉਹਦੀ ਸ਼ਖਸੀਅਤ ਤੇ ਉਹਦਾ ਸਿੱਖ ਇਤਿਹਾਸ ਦੇ ਵਿੱਚ ਯੋਗਦਾਨ ਕੀ ਹੈ ਉਹ ਸਾਰਾ ਤੁਸੀਂ ਸਮਝ ਸਕਦੇ ਹੋ। ਤੇ ਹੁਣ ਸਾਡੀਆਂ ਸਿੱਖ ਸੰਸਥਾਵਾਂ ਦਾ ਵੀ ਕਿਤੇ ਨਾ ਕਿਤੇ ਫਰਜ਼ ਬਣਦਾ ਹੈ ਕਿ ਜੇ ਕਿਸੇ ਵੀ MLA ਨੇ, ਕਿਸੇ ਮਿਨਿਸਟਰ ਨੇ ਜਾਂ ਕਿਸੇ ਵੀ ਸਿਆਸੀ ਵਿਅਕਤੀ ਨੇ ਜੇਕਰ ਕਿਸੇ ਦੇ ਖਿਲਾਫ ਸਿਆਸੀ ਕਿੜ ਕੱਢਣ ਦੇ ਵਾਸਤੇ ਸਾਡੇ ਇਤਿਹਾਸ ਨੂੰ ਗਲਤ ਰੂਪ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ ਤੇ ਸਾਡੀਆਂ ਕੌਮ ਦੀਆਂ ਮੋਹਰੀ ਸੰਸਥਾਵਾਂ ਨੂੰ ਇਸ ਦੇ ਖਿਲਾਫ ਐਕਸ਼ਨ ਜ਼ਰੂਰ ਲੈਣਾ ਚਾਹੀਦਾ ਕਿ ਠੀਕ ਹੈ ਮੈਂ ਕਿਸੇ ਰਾਜਨੀਤਿਕ ਧਿਰ ਨਾਲ ਕੋਈ ਸੰਬੰਧ ਨਹੀਂ ਰੱਖਦਾ, ਪਰ ਜੋ ਰਾਜਨੀਤਿਕ ਤੌਰ ਤੇ ਤੁਸੀਂ ਬਿਆਨ ਦੇਣੇ ਨੇ, ਇੱਕ ਦੂਜੇ ਨੂੰ ਚੰਗੇ ਮਾੜੇ ਕਹਿਣਾ ਹੁੰਦਾ, ਰਾਜਨੀਤਿਕ ਕੰਮਾਂ ਕਾਰਾਂ ਦੀ ਸਿਆਸੀ ਪਾਰਟੀਆਂ ਨੇ ਇੱਕ ਦੂਜੇ ਦੇ ਨਾਲ ਵਿਰੋਧਤਾ ਕਰਨੀ ਹੁੰਦੀ ਹੈ, ਉਹ ਕਰਦੇ ਰਹੋ, ਪਰ ਕਮ ਸੇ ਕਮ ਇਹ ਆਪਸੀ ਵਿਰੋਧਤਾ ਦੇ ਵਿੱਚ ਹਵਾਲੇ ਦੇਣ ਦੇ ਵਾਸਤੇ ਸਿੱਖ ਇਤਿਹਾਸ ਦੇ ਸ਼ਾਨਾਮਤ ਇਤਿਹਾਸ ਦੀ ਵਰਤੋਂ ਨਾ ਕਰੋ। ਇਹ ਕੌਮ ਇਸ ਗੱਲ ਨੂੰ ਕਦੀ ਮਾਫ ਨਹੀਂ ਕਰੇਗੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।